ਗੁਰੂ ਨਾਨਕ ਪਾਦ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਬਿਗਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਦਰ ਪਰਮ ਕਿਰਪਾ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਚਰੋ ਤਰਾ ਪਰ ਪਉਨਾ ਪਉਨਾ ਸੀਸਾ ਜੀ ਪਉਨਾ ਪਉਨਾ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗਮਨਿਓ ਕਰਤੇ ਪੇਟ ਲੈ ਸ਼ਾਹ ਜੋ ਸਾਲਸ ਰਾਏ। ਦੂਰੋਂ ਤੇ ਦੇਖਤ ਪਇਓ ਸ਼੍ਰੀ ਗੁਰੂ ਰੂਪ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। बाणी के बहुत नाम के जहाज, शब्द आवाज जुग जुग अटल। चवर छतर तख्त मालक, ज़ाहरा ज़हूर हाज़रा हजूर। सर्व कला भरपूर धन धन श्री गुरु ग्रंथ साहिब महाराज जी दी पावन पवित्र गोद विच सुभायमान गुरु सवारी गुरु खालसा सत संगत जीओ। आप समूह संगतां वड्डे भागां वाले हो कि अपने नेम अनुसार नितां प्रति शाम दे दीवाना विच हाजरियां भर के साध संगत दीयां घड़ियां माणदे हो ਅਤੇ ਗੁਰੂ ਪਾਤਸ਼ਾਹ ਦੀ ਕਥਾ ਸਰਵਣ ਕਰਦੇ ਹੋ। ਸੁਣ ਹਰ ਕਥਾ ਉਤਾਰੀ ਮੈਲ। ਕਿਤਨੇ ਫਾਇਦੇ ਸਾਨੂੰ ਮਿਲਦੇ ਹਨ ਰੱਬ ਦੀ ਕਥਾ ਸੁਣਨ ਨਾਲ। ਇੱਕ ਤਾਂ ਅਸੀਂ ਆਪਣੇ ਘਰਾਂ ਤੋਂ ਚੱਲ ਕੇ ਆ ਰਹੇ ਹਾਂ, ਦੁਨਿਆਵੀ ਤੌਰ ਤੇ ਇਹ ਸੈਰ ਵੀ ਹੁੰਦੀ ਹੈ। दूजा रूहानी सैर है।
ਆਤਮਿਕ ਮੰਡਲ ਦੀ ਸੈਰ ਹੈ ਖਾਲਸਾ ਜੀਓ। ਜਦੋਂ ਕੋਈ ਰੱਬ ਦਾ ਪਿਆਰਾ ਆਪਣੀ ਸੁਰਤੀ ਬਿਰਤੀ ਕਾਗਰ ਕਰਦਾ ਹੈ, ਉਹ ਦੁਨਿਆਵੀ ਤਲ ਤੋਂ ਰੂਹਾਨੀ ਤਲ ਵੱਲ ਜਾਂਦਾ ਹੈ। ਉਹਦੀ ਰੂਹਾਨੀ ਸੈਰ ਹੁੰਦੀ ਹੈ। ਤੀਜਾ, ਸਾਧ ਸੰਗਤ ਵਿੱਚ ਬੈਠਣ ਦਾ ਸੁਭਾਗ ਮਿਲਦਾ ਹੈ। ਗੁਰੂ ਪਾਤਸ਼ਾਹ ਦੇ ਦਰਸ਼ਨ ਪਰਸ਼ਨ ਹੁੰਦੇ ਹਨ। ਗੁਰੂ ਪਾਤਸ਼ਾਹ ਦੀ ਬਾਣੀ ਦਾ, ਉਹਨਾਂ ਦੇ ਜੀਵਨ ਦੇ ਕੌਤਕਾਂ ਦਾ ਗਿਆਨ ਮਿਲਦਾ ਹੈ ਖਾਲਸਾ ਜੀਓ। ਤੇ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਵੀ ਹੁੰਦੇ ਖਾਲਸਾ ਜੀਓ। ਕਿ ਸਾਧ ਸੰਗਤ ਵਿੱਚ ਅਨੇਕਾਂ ਸਾਧੂ ਮਹਾਤਮਾ, ਸ਼ਹੀਦ ਸਿੰਘ, ਨਾਮ ਰੰਗੀਆਂ ਰੂਹਾਂ ਜਦੋਂ ਇੱਥੇ ਆ ਕੇ ਖਾਲਸਾ ਜੀ ਵਿਰਾਜਮਾਨ ਹੁੰਦੀਆਂ, ਉਹਨਾਂ ਦੇ ਦਰਸ਼ਨ ਪਰਸ਼ਨ ਵੀ ਹੁੰਦੇ ਹਨ। ਇਸ ਤਰ੍ਹਾਂ ਬਹੁਤ ਫਾਇਦੇ ਹਨ ਇਸ ਸਾਧ ਸੰਗਤ ਦੇ, ਰੱਬ ਦੀ ਕਥਾ ਸੁਣਨ ਦੇ, ਜੋ ਆਪ ਜੀ ਨਿਤਾਂ ਪ੍ਰਤੀ ਸਰਵਣ ਕਰਦੇ ਹੋ। ਧੰਨ ਗੁਰੂ ਨਾਨਕ ਮਹਾਰਾਜ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਗੁਰੂ ਪਾਤਸ਼ਾਹ ਦੁਨੀਆ ਦਾ ਬੇੜਾ ਪਾਰ ਕਰਦੇ ਹੋਏ ਸਾਲਸਰਾਈ ਜੋਰੀ ਹੁਣ ਉਹਨੂੰ ਬਾਦਸ਼ਾਹ ਦਰਸ਼ਨ ਦੇਣ ਲੱਗੇ ਹਨ। ਪਟਨਾ ਸਾਹਿਬ ਦਾ ਇਹ ਇਲਾਕਾ ਹੈ। ਮਰਦਾਨਾ ਕਹਿਣ ਲੱਗਾ, ਮਹਾਰਾਜ ਬਹੁਤ ਭੁੱਖ ਲੱਗੀ ਹੈ। ਪਾਤਸ਼ਾਹ ਕਹਿੰਦੇ, ਮਰਦਾਨਿਆ ਸਬਰ ਕਰ, ਅੱਗੇ ਨਗਰੀ ਨੇੜੇ ਹੈ, ਲੰਗਰ ਛਕਾ ਦਿੰਨੇ ਆ। ਤੇ ਪਾਤਸ਼ਾਹ ਨੂੰ ਟਾਲ ਮਟੋਲ ਕਰਦੇ ਅੱਗੇ ਲੈ ਹੀ ਗਏ। ਮਰਦਾਨਾ ਜੀ ਖਿੱਚਦੇ ਜਾ ਰਹੇ ਹਨ ਕਿ ਲੰਗਰ ਤਾਂ ਛਕਾਉਂਦੇ ਨਹੀਂ, ਟਾਲ ਮਟੋਲ ਹੀ ਕਰੀ ਜਾਂਦੇ ਨੇ। ਅੱਗੇ ਜਾਂਦੇ ਜਾਂਦੇ ਦਰਿਆ ਦਾ ਕਿਨਾਰਾ ਆ ਗਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਹੁਣ ਤਾਂ ਨਗਰੀ ਨੇੜੇ ਹੈ, ਹੁਣ ਤਾਂ ਕੋਈ ਸ਼ੱਕ ਲੈਣ ਦੋ। ਪਾਤਸ਼ਾਹ ਕਹਿੰਦੇ, ਮਰਦਾਨਿਆ ਇਸ ਤਰ੍ਹਾਂ ਕਰ। ਮਹਾਰਾਜ ਜੀ ਨੇ ਆਪਣੇ ਚਰਨਾਂ ਨਾਲ ਜਦੋਂ ਅੰਗੂਠੇ ਨੂੰ ਖਾਲਸਾ ਜੀ ਥੱਲੇ ਮਾਰਿਆ ਨਾ, ਉਥੋਂ ਕੀਮਤੀ ਲਾਲ ਪਾਤਸ਼ਾਹ ਨੇ ਚੁੱਕ ਲਿਆ। ਮਰਦਾਨਿਆ ਇਹ ਲੈ ਜਾ, ਇਹ ਲਾਲ ਦਾ ਮੁੱਲ ਪਾ ਕੇ ਇਹਨੂੰ ਵੇਚ ਕੇ ਆ ਜਾ, ਚੱਲ ਫਿਰ ਤੈਨੂੰ ਪ੍ਰਸ਼ਾਦਾ ਵਿੱਚ ਕਾਵਾਂਗੇ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਹਿਲਾਂ ਹੀ ਭੁੱਖ ਨਾਲ ਮਰਦਾ ਪਿਆ ਵਾਂ, ਤੁਸੀਂ ਕਹਿੰਦੇ ਨੂੰ ਵੇਚ ਕੇ ਆ। ਇਹ ਕੀ ਸੁਗਾਤ ਹੈ, ਕੀ ਮਿਲੇਗਾ? ਇਹਦਾ ਪੱਥਰ ਹੀ ਹੈ। ਪਾਸ਼ਾ ਕਹਿੰਦੇ, ਜਾ ਤਾਂ ਸਹੀ, ਜਾਂ ਵੇਚ ਕੇ ਤਾਂ। ਮਰਦਾਨਾ ਜੀ ਤੁਰ ਪਏ ਹੁਕਮ ਮੰਨ ਕੇ। ਜਿੱਥੇ ਜਾਂਦੇ ਰਹੇ ਉਹਦਾ ਮੁੱਲ ਵਧੀ ਜਾ ਰਿਹਾ ਹੈ। ਕੋਈ ਇਹਦਾ ਮੁੱਲ ਤਾਂਬੇ ਦੇ ਸਿੱਕੇ ਪਾ ਰਿਹਾ ਹੈ, ਕੋਈ ਇਹਦਾ ਮੁੱਲ 1 ਆਨਾ 2 ਆਨਾ ਕੁਛ ਪਾ ਰਿਹਾ ਹੈ। ਮਰਦਾਨੇ ਨੇ ਪੁੱਛਿਆ ਕਿਸੇ ਨੂੰ, ਕੋਈ ਇੱਥੇ ਕੋਈ ਜੋਹਰੀ ਵੀ ਹੈ, ਵੱਡਾ ਜੋਹਰੀ? ਕਿਸੇ ਨੇ ਆਖਿਆ, ਹਾਂ ਇੱਕ ਜੋਹਰੀ ਹੈ, ਫਲਾਣੀ ਥਾਂ ਤੇ ਰਹਿੰਦਾ ਹੈ। ਮਰਦਾਨਾ ਜੀ ਗਏ, ਦਰਵਾਜ਼ਾ ਖੜਕਾਇਆ। ਜੋਹਰੀ ਸਾਲਸਰਾਏ, ਉਹਦਾ ਨੌਕਰ ਹੈ ਅਧਰਕਾ, ਉਹ ਬਾਹਰ ਆ ਗਿਆ। ਜੋਹਰੀ ਨੇ ਭੇਜਿਆ, ਜਾ ਕੇ ਪਤਾ ਕਰੋ ਕੌਣ ਆਇਆ ਹੈ। ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਅਧਰਕੇ ਨੇ, ਕੌਣ ਜੀ, ਕਿਹਨੂੰ ਮਿਲਣਾ ਹੈ? ਮਰਦਾਨਾ ਜੀ ਕਹਿਣ ਲੱਗੇ, ਜੋਹਰੀ ਨੂੰ ਮਿਲਣਾ ਹੈ, ਇਹ ਲਾਲ ਵੇਚਣਾ ਹੈ। ਆਓ ਜੀ ਅੰਦਰ ਬੈਠੋ ਆ ਕੇ। ਆਵਾਜ਼ ਮਾਰੀ ਆਪਣੇ ਮਾਲਕ ਨੂੰ ਕਿ ਕੋਈ ਲਾਲ ਵੇਚਣ ਆਇਆ ਹੈ ਜੀ। ਜੋਹਰੀ ਜੀ ਬਾਹਰ ਆਏ, ਲਾਲ ਵੇਖਿਆ, ਹਿਰਦੇ ਦੀ ਪਕੜ, ਬਖਸ਼ਿਸ਼, ਪੂਰਬਲੇ ਕਰਮ ਜਾਗੇ। ਕੀ ਲਿਖਿਆ ਹੋਇਆ ਕਿ 100 ਰੁਪਇਆ ਇਹਦੀ ਦਰਸ਼ਨ ਭੇਟਾ ਹੈ, ਇਹ ਦਿਓ।
ਅੰਦਰ ਗਿਆ, ਤਿਜੋਰੀ ਖੋਲੀ, 100 ਰੁਪਇਆ ਲੈ ਕੇ ਆਇਆ। ਲੋ ਜੀ, ਇਹ ਪਕੜੋ 100 ਰੁਪਇਆ। ਮਰਦਾਨਾ ਲੈ ਕੇ ਬੜਾ ਹੈਰਾਨ ਹੋਇਆ ਵੀ ਕੋਈ ਇਹਦਾ ਮੁੱਲ ਕੀ ਪਾਉਂਦਾ ਹੈ, ਕੋਈ ਉਹਦਾ ਮੁੱਲ ਕੀ ਪਾਉਂਦਾ ਹੈ। ਇਹ ਜੋਹਰੀ ਤਾਂ ਬੜਾ ਕਦਰਦਾਨ ਹੈ, ਇਹਨੇ ਦਾ ਮੁੱਲ 100 ਰੁਪਏ ਪਾਤਾ। ਮਰਦਾਨਾ ਜੀ ਲੈ ਕੇ ਵਾਪਸ ਆ ਗਏ ਮਹਾਰਾਜ ਕੋਲ। ਮਹਾਰਾਜ ਜੀ ਇਹ ਲੋ 100 ਰੁਪਇਆ। ਪਾਤਸ਼ਾਹ ਨੇ ਮਰਦਾਨਿਆਂ ਨੂੰ ਵੇਚਣਾ ਨਹੀਂ ਸੀ, ਬਸ ਮੁੱਲ ਹੀ ਪਾਉਣਾ ਸੀ, ਚੱਲ ਵਾਪਸ ਕਰਕੇ ਆ। ਮਰਦਾਨਾ ਵਾਪਸ ਕਰਨ ਜਾ ਰਿਹਾ ਹੈ। ਜੋਹਰੀ ਜੀ ਇਹ ਪਕੜੋ ਆਪਣੇ 100 ਰੁਪਏ ਤੇ ਲਾਲ ਦਿਓ। ਉਹ ਕਹਿਣ ਲੱਗਾ ਮੈਂ ਭੁੱਲ ਗਿਆ ਸੀ, ਲਾਲ ਤੁਹਾਡਾ ਹੀ ਹੈ, ਇਹ ਲਾਲ ਵੀ ਲੈ ਜਾਓ। ਇਹ 100 ਰੁਪਏ ਦੇ ਮੁੱਲ ਨਹੀਂ, ਦਰਸ਼ਨ ਭੇਟਾ ਹੈ, ਇਹਦਾ ਮੁੱਲ ਕੋਈ ਵੀ ਨਹੀਂ ਪਾ ਸਕਦਾ। ਪ੍ਰਧਾਨਾ ਉਹ ਵੀ ਲਾਲ ਵੀ ਲੈ ਕੇ ਪਾਤਸ਼ਾਹ ਕੋਲ ਆ ਗਿਆ। ਮਹਾਰਾਜ ਲੋ, ਲਾਲ ਵੀ ਆ ਗਿਆ ਤੇ ਭੇਟਾ ਵੀ ਆ ਗਈ, ਦੋਣਾ ਫਾਇਦਾ ਹੋਇਆ। ਗੁਰੂ ਪਾਤਸ਼ਾਹ ਦੇ ਮਰਦਾਨੇ ਅਸੀਂ ਕੀ ਲੈਣਾ ਭੇਟਾ ਤੋਂ, ਵਾਪਸ ਕਰਕੇ ਆ ਚੱਲ। ਉਹ ਜੋਹਰੀ ਨੂੰ ਆਖੋ ਜਾਂ ਤਾਂ ਲਾਲ ਲੈ ਲਵੇ ਜਾਂ ਆਪਣੇ ਪੈਸੇ ਫੜ ਲਵੇ। ਪ੍ਰਧਾਨਾ ਫਿਰ ਚਲਾ ਗਿਆ ਜੋਹਰੀ ਕੋਲ। ਇਸ ਤਰ੍ਹਾਂ ਕਰਦੇ ਕਰਦੇ ਲਗਭਗ 6-7 ਗੇੜੇ ਮਾਰਤੇ ਨੇ। ਤੇ ਖਾਲਸਾ ਜੀ ਜੋਹਰੀ ਸੋਚਦਾ ਵੀ ਕੈਸਾ ਸੰਤ ਹੋਵੇਗਾ ਜਿਹਦੇ ਮਨ ਵਿੱਚ ਤਮਾ ਹੈ ਹੀ ਨਹੀਂ, ਬਿਲਕੁਲ ਤਮਾ ਨਹੀਂ, ਜਿਹਦੇ ਬੇਸ਼ੁਮਾਰ ਕੀਮਤੀ ਲਾਲ ਨੇ ਮੇਰੇ ਹਿਰਦੇ ਵਿੱਚ ਰਸ ਪੈਦਾ ਕਰਤਾ। ਮੈਂ ਦੇਖਾਂ ਉਹ ਕੈਸਾ ਲਾਲਾ ਦਾ ਮਾਲਕ ਹੈ। ਤੇ ਹੁਣ ਜੋਹਰੀ ਦਰਸ਼ਨ ਕਰਨ ਆ ਰਿਹਾ ਹੈ ਪਾਤਸ਼ਾਹ ਦੇ। ਆਓ ਕਿਵੇਂ ਮਹਾਰਾਜ ਉਹਨੂੰ ਅਸਲ ਲਾਲ ਬਾਰੇ ਗਿਆਨ ਦੇਣਗੇ ਧੰਨ ਗੁਰੂ ਨਾਨਕ ਪਾਤਸ਼ਾਹ। ਸਾਡੇ ਸਾਰੇ ਦੇ ਹਿਰਦੇ 'ਚ ਲਾਲ ਹੈ, ਉਹ ਸਾਨੂੰ ਸਭਨਾਂ ਨੂੰ ਪਾਤਸ਼ਾਹ ਗਿਆਨ ਦੇਣ ਲਈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੇ ਬਿਰਤੇ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਮਨਿਓ ਕਰਤੇ ਪੇਟ ਲੈ ਸ਼ਾਹ ਜੋ ਸਾਲਸ ਰਾਏ। ਇਹ ਸਾਲਸ ਰਾਏ ਸ਼ਾਹੂਕਾਰ ਹੈ, ਜ਼ੋਹਰੀ ਹੈ। ਇਹ ਐਸਾ ਜ਼ੋਹਰੀ ਹੈ ਜਿਹਨੇ ਅਸਲ ਲਾਲ ਦੀ ਪਛਾਣ ਕਰ ਲਈ ਤੇ ਭੇਟਾ ਲੈ ਕੇ ਪਾਤਸ਼ਾਹ ਦੇ ਕੱਲ ਦਰਸ਼ਨ ਕਰਨ ਲਈ ਆ ਰਿਹਾ ਹੈ। ਭਾਈ ਵੀਰ ਸਿੰਘ ਜੀ ਇਹ ਵੀ ਲਿਖਦੇ ਕਿ ਪਹਿਲਾਂ ਇਹਦਾ ਨੌਕਰ ਅਧਰਕਾ ਉਹਨੂੰ ਭੇਜਿਆ ਇਹਨੇ, ਜਾਓ ਤੁਸੀਂ ਉਹਨਾਂ ਮਹਾਂਪੁਰਖਾਂ ਦੇ ਪ੍ਰਸ਼ਾਦਾ ਲੈ ਜਾਓ। ਇਹ ਵੀ ਜਿਹੜੇ ਰੱਬ ਦੇ ਪਿਆਰੇ 6-7 ਗੇੜੇ ਮਾਰ ਲਏ ਇਹਨਾਂ ਨੇ, ਇਹਨਾਂ ਨੂੰ ਵੀ ਲੰਗਰ ਛਕਾਓ। ਤੇ ਇਸ ਤਰ੍ਹਾਂ ਪਹਿਲਾ ਨੌਕਰ ਆਇਆ ਖਾਲਸਾ ਜੀ ਅਧਰਕਾ, ਉਹਨੇ ਆ ਕੇ ਦਰਸ਼ਨ ਕੀਤੇ ਪਾਤਸ਼ਾਹ ਦੇ ਪਹਿਲਾਂ ਤੇ ਮਹਾਰਾਜੇ ਨੇ ਉਸ ਤੇ ਮਿਹਰ ਭਰੀ ਨਿਗਾਹ ਕੀਤੀ, ਉਹਨੂੰ ਨਿਹਾਲ ਕੀਤਾ। ਫਿਰ ਹੁਣ ਸਾਲਸ ਰਾਏ ਜੋਹਰੀ ਆਪਣੇ ਘਰ ਤੋਂ ਭੇਟਾ ਲੈ ਕੇ ਤੁਰਿਆ ਹੈ। ਦੂਰੋਂ ਤੇ ਦੇਖਤ ਪਇਓ ਸ਼੍ਰੀ ਗੁਰੂ ਰੂਪ ਸੁਹਾਏ। ਦੂਰੋਂ ਹੀ ਵੇਖਦਾ ਹੈ ਕਲਗੀਧਰ ਪਾਤਸ਼ਾਹ ਦਾ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਸੋਹਣਾ ਚਿਹਰਾ, ਮੇਰੇ ਜੋਤ ਰੂਪ ਦਾ ਪਾਤਸ਼ਾਹ ਦਾ ਸਰੂਪ। ਐਸੇ ਆਪ ਨਾਰਾਇਣ ਕਲਾਤਾਰ ਜੋ ਪਰਮੇਸ਼ਰ ਹਨ, ਨਾਰਾਇਣ ਹਰ, ਜਦੋਂ ਦੂਰੋਂ ਦਰਸ਼ਨ ਕੀਤੇ ਇਹਨੇ ਤੇ ਉਹ ਸਰੂਪ ਹਿਰਦੇ 'ਚ ਵਸ ਗਿਆ। ਚੋਪਈ ਹੋਏ ਲੱਜਤ ਬੈਠਾ ਮਰਦਾਨਾ। ਤੇ ਕੀ ਵੇਖਦਾ ਮਰਦਾਨਾ, ਜਿਹੜੇ ਗੇੜਾ ਮਾਰਨ ਵਾਲੇ ਸਨ ਉਹ ਲੱਜਾਵਾਨ ਹੋ ਕੇ ਸਿਰ ਨੀਵੇਂ ਕਰਕੇ ਬੈਠੇ ਹਨ। ਗਰੀਬ ਨੀਚ ਕਰ ਕਛ ਨ ਬਖਾਨਾ। ਗਰਦਨ ਨੀਵੀਂ ਹੈ, ਸਿਰ ਨੀਵਾ ਹੈ, ਮਰਦਾਨਾ ਜੀ ਕੁਝ ਨਹੀਂ ਕਹਿ ਰਹੇ। ਖਿਜ ਪਾਤੂਸ਼ਨ ਅਤੇ ਛੁਦਾ ਤੁਰ। ਖਿਜੇ ਹੋਏ ਹਨ, ਬੜਾ ਗੁੱਸਾ ਵੀ ਆ ਰਿਹਾ, ਭੁੱਖ ਬੜੀ ਲੱਗੀ ਹੈ। ਮਹਾਰਾਜ ਗੇੜੇ ਮਰਾਈ ਗਏ 5-6, ਪੁੱਛਿਆ ਵੀ ਨਹੀਂ, ਪਾਣੀ ਨਹੀਂ ਪੁੱਛਿਆ, ਨਾ ਪਾਣੀ ਉਹਨੇ ਪੁੱਛਿਆ ਨਾ ਪਾਣੀ ਇਹਨਾਂ ਨੇ ਪੁੱਛਿਆ।
ਨਾ ਲੰਗਰ ਕੀ ਪੁੱਛਣਾ, ਜਲ ਪਾਣੀ ਛਕਾਇਆ ਕੋਈ। ਇਸ ਤਰ੍ਹਾਂ ਮਰਦਾਨਾ 'ਚ ਖਿੱਚ ਕੇ ਬੈਠੇ ਹਨ, ਪਰ ਬੋਲ ਨਹੀਂ ਰਹੇ ਕੁਝ। ਡਰਦੇ ਵੀ ਹਨ ਪਾਤਸ਼ਾਹ ਤੋਂ ਕਿ ਮਹਾਰਾਜ ਕੋਈ ਭਾਣਾ ਫਿਰ ਨਾ ਵਰਤਾ ਦੇਣ। ਹੁਣੇ ਹੁਣੇ ਮਹਾਰਾਜ ਬਚਾਇਆ ਹੈ ਕੌਡੇ ਰਾਖਸ਼ ਤੋਂ। ਇਸ ਕਰਕੇ ਪਾਤਸ਼ਾਹ ਦਾ ਭੈ ਵੀ ਹੈ, ਨਿਰਮਲ ਭੈ ਵੀ ਹੈ, ਪਰ ਅੰਦਰ ਖਿਜੇ ਹੋਏ ਹਨ। ਸਭੀ ਬਾਤ ਮਨ ਮੇਰਾ ਜਰ। ਤੇ ਸਾਰੀਆਂ ਗੱਲਾਂ ਮਨ ਵਿੱਚ ਜਰ ਲਈਆਂ ਮਰਦਾਨਾ ਜੀ ਨੇ ਵੀ ਕੋਈ ਗੱਲ ਨਹੀਂ, ਪਾਤਸ਼ਾਹ ਲੰਗਰ ਨਹੀਂ ਚਕਾਉਂਦੇ, ਜਰ ਲਵਾਂਗੇ, ਸਹਿਨ ਕਰ ਲਵਾਂਗੇ, ਥੋੜਾ ਸਮਾਂ ਹੋਰ ਉਡੀਕ ਕਰ ਲਵਾਂਗੇ। ਇਸ ਤਰ੍ਹਾਂ ਮਰਦਾਨਾ ਜੀ ਸਹਿਨ ਕਰਕੇ ਬੈਠੇ ਹੋਏ ਹਨ। ਅੰਤਰ ਉਰ ਕੇ ਗਟੀ ਵਿਚਾਰੇ। ਤੇ ਮਨ ਵਿੱਚ ਅਨੇਕ ਗਿਣਤੀਆਂ ਗਿਣ ਰਹੇ ਹਨ, ਬੜੀਆਂ ਸੋਚਾਂ ਸੋਚਦੇ ਵੀ ਕਦੋਂ ਪ੍ਰਸ਼ਾਦਾ ਆਵੇਗਾ, ਕਦੋਂ ਲੰਗਰ ਛਕਾਂਗਾ। ਲੰਗਰ ਤਾਂ ਆ ਗਿਆ ਕਿ ਪਾਤਸ਼ਾਹ ਛਕਣਗੇ ਜਾਂ ਨਹੀਂ ਛਕਣਗੇ, ਇਸ ਤਰ੍ਹਾਂ ਵਿਚਾਰ ਕਰੀ ਜਾ ਰਿਹਾ ਹੈ। ਸ਼੍ਰੀ ਗੁਰ ਡਰ ਕਰ ਕਛ ਨਾ ਉਚਾਰੇ। ਤੇ ਪਾਤਸ਼ਾਹ ਦੇ ਡਰ ਤੋਂ ਡਰਦਾ ਹੈ ਮਹਾਰਾਜ ਤੋਂ, ਨਿਰਮਲ ਭੈ ਹੈ ਮਹਾਰਾਜ ਦਾ। ਇਸ ਕਰਕੇ ਮਰਦਾਨਾ ਜੀ ਕੁਛ ਨਹੀਂ ਕਹਿੰਦੇ। ਸਾਲਸ ਰਾਏ ਆਏ ਤੇ ਕਾਲਾ। ਤੇ ਉਸ ਵੇਲੇ ਸਾਲ ਸਰਾਏ ਜੋਹਰੀ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੇ ਕੋਲ ਆ ਗਏ। ਆਗੇ ਭੋਜਨ ਧਰੇ ਰਸਾਲਾ। ਤੇ ਉਸ ਜੋਹਰੀ ਨੇ ਨੌਕਰ ਵੀ ਨਾਲ ਪ੍ਰਸ਼ਾਦਾ ਲੈ ਕੇ ਪਹਿਲਾਂ ਆਇਆ ਸੀ, ਤੇ ਕਹਿਣ ਲੱਗਾ ਮਹਾਰਾਜ ਇਹ ਪ੍ਰਸ਼ਾਦਾ ਛਕੋ ਪਾਤਸ਼ਾਹ, ਇਹ ਰਸ ਵਾਲਾ ਭੋਜਨ ਆਪ ਜੀ ਛਕੋ। ਹਾਥ ਬੰਦ ਬੰਧਨ ਕੋ ਕਰਕੇ। ਤੇ ਇਹਨੇ ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਸਭੇ ਸੁਨਾਈ ਬਾਤ ਉਚਰ ਤੇ ਕੇ। ਸਾਰੀ ਗੱਲ ਖੋਲ ਕੇ ਸੁਣਾਈ ਹੈ। ਦਰਬ ਤੁਮਾਰਾ ਇਉ ਅਬ ਲੀਜੈ। ਤੇ ਸਤਿਗੁਰ ਪਾਤਸ਼ਾਹ ਇਹ ਤੁਹਾਡੀ ਭੇਟ ਹੈ ਮਹਾਰਾਜ, ਮੇਰੀ ਭੇਟਾ ਨਹੀਂ ਪਾਤਸ਼ਾਹ, ਇਹ ਤੁਸੀਂ ਲੈ ਲਓ। ਧਰਮ ਹਮਾਰੋ ਰਾਖਨ ਕੀਜੈ। ਸਾਡਾ ਧਰਮ ਰੱਖ ਲਓ ਮਹਾਰਾਜ। ਧਰਮ ਕੀ ਹੈ? ਕਿਸੇ ਨੂੰ ਭੇਟਾ ਦੇ ਦਈਏ ਮੁੜ ਕੇ ਵਾਪਸ ਨਹੀਂ ਲਈਦੀ ਮਹਾਰਾਜ। ਇਹ ਭੇਟਾ ਦੇ ਦਈਏ ਨਾ ਕਿਸੇ ਨੂੰ, ਮੁੜ ਕੇ ਵਾਪਸ ਨਹੀਂ ਲਈਦੀ, ਇਹ ਵੀ ਤਾਂ ਧਰਮ ਹੈ ਮਹਾਰਾਜ। ਇਹ ਸਾਡਾ ਧਰਮ ਹੈ ਪਾਤਸ਼ਾਹ, ਇਹਨੂੰ ਕਬੂਲ ਕਰੋ। ਦੋਹਰਾ ਸ਼੍ਰੀ ਗੁਰ ਕਏ ਜਿਵੇ ਚਹੀ ਤਬ ਤਨ ਲੈ ਨਿਜ ਪਾਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਹਰੀ ਜੀ, ਜੇ ਅਸੀਂ ਲਾਲ ਵੇਚੀਏ ਤਾਂ ਤੁਹਾਡੇ ਕੋਲ ਮਾਇਆ ਫੜੀਏ। ਅਸੀਂ ਲਾਲ ਵੇਚਿਆ ਹੀ ਨਹੀਂ ਤੁਹਾਨੂੰ, ਅਸੀਂ ਤਾਂ ਕੇਵਲ ਮੁੱਲ ਪਾਇਆ। ਦੱਸੋ ਮੁੱਲ ਕਿੰਨਾ ਪਏਗਾ ਇਹਦਾ? ਨਾ ਅਸੀਂ ਲਾਲ ਵੇਚਿਆ, ਫਿਰ ਮਾਇਆ ਕਿਉਂ ਲਈਏ ਆਪ ਜੀ ਤੋਂ? ਨੈ ਵੇਚੇ ਤੋਲੇ ਕਸ ਰਾਖੋ ਦਰਬੇ ਆਪਾਨ। ਜੇ ਅਸੀਂ ਮਾਇਆ ਵੇਚਦੇ ਹੀ ਨਹੀਂ ਤੇ ਮਾਇਆ ਕਿਉਂ ਲਈਏ ਫਿਰ? ਇਹ ਲਾਲ ਸਾਡਾ ਹੈ, ਅਸੀਂ ਵੇਚਦੇ ਹੀ ਨਹੀਂ ਇਹਨੂੰ। ਸਾਡਾ ਮਨ ਹੈ ਨਾ ਵੇਚੀਏ, ਜੇ ਨਹੀਂ ਵੇਚਦੇ ਤਾਂ ਮਾਇਆ ਤੁਸੀਂ ਰੱਖੋ, ਅਸੀਂ ਨਹੀਂ ਲੈਣੀ। ਚੋਪਈ ਦਰਸ਼ਨ ਪਰਸ ਭਰਮ ਮਿਟ ਗਇਓ। ਤੇ ਖਾਲਸਾ ਜੋਹਰੀ ਨੇ ਦਰਸ਼ਨ ਕੀਤੇ ਨਾ ਪਾਤਸ਼ਾਹ ਦੇ, ਬਚਨ ਸੁਣੇ, ਅੰਮ੍ਰਿਤ ਵੀ ਬਚਨ ਸੁਣੇ, ਉਹਦੇ ਮਨ ਦਾ ਭਰਮ ਮਿਟ ਗਿਆ। ਮਨ ਦੇ ਅੰਦਰ ਦਵੈਤ ਭਾਵਨਾ ਖਤਮ ਹੋ ਗਈ, ਅਗਿਆਨਤਾ ਨਾਸ਼ ਹੋ ਗਈ, ਤੇ ਇਸ ਜੋਹਰੀ ਦੇ ਕਪਾਟ ਖੁੱਲ ਗਏ। ਬੈਨ ਸੁਨੇ ਮਨ ਨਿਰਮਲ ਪਇਓ। ਪਾਤਸ਼ਾਹ ਦੇ ਬਚਨ ਸੁਣੇ, ਇਹਦਾ ਮਨ ਸ਼ੁੱਧ ਹੋ ਗਿਆ। ਜਾਣੇ ਸੰਤ ਰੂਪ ਇਹ ਪੂਰੇ। ਉਹਨੇ ਜਾਣਿਆ ਵੀ ਇਹ ਹਨ ਪੂਰਨ ਸੰਤ, ਜਿਨ੍ਹਾਂ ਨੂੰ ਕੋਈ ਲਾਲਚ ਨਹੀਂ, ਕੋਈ ਤਮਾ ਨਹੀਂ, ਜਿਨ੍ਹਾਂ ਦੇ ਬਚਨ ਸੁਣ ਕੇ ਹਿਰਦਾ ਸ਼ਾਂਤ ਹੋ ਰਿਹਾ ਹੈ, ਦਰਸ਼ਨ ਪਰਸ਼ਨ ਕਰਕੇ ਮਨ ਖਿੜਦਾ ਹੈ, ਅੰਦਰ ਆਨੰਦ ਪੈਦਾ ਹੋ ਰਿਹਾ ਹੈ। ਮਰਦਾਨਾ ਜੀ ਗਰਦਨ ਨੀਵੀਂ ਕਰਕੇ ਬੈਠੇ ਨੇ, ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦੇ ਰਹੇ ਹਨ, ਤੇ ਜੋਹਰੀ ਦਰਸ਼ਨ ਕਰਕੇ ਮਨ ਵਿੱਚ ਸੋਚਦਾ ਹੈ ਕਿ ਧੰਨ ਹਨ ਇਹ ਮਹਾਂਪੁਰਖ। ਦੇਖਨ ਸੁਨਨ ਜਿਨੇ ਕੋ ਰੂਰੇ। ਜਿਨ੍ਹਾਂ ਦੇ ਦਰਸ਼ਨ ਕਰਨੇ, ਜਿਨ੍ਹਾਂ ਦੇ ਬਚਨ ਸੁਣਨੇ ਬੜੇ ਸੁੰਦਰ ਹਨ। ਸੋਹਣੇ ਬਚਨ ਸੁਣ ਕੇ, ਸੁੰਦਰ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਰਹੇ ਹਾਂ। ਕਹਿਤ ਬਚਨ ਮੈਂ ਹੋਈ ਬਿਸਮਾਦਾ। ਤੇ ਫਿਰ ਜੋਹਰੀ ਜੀ ਬਚਨ ਕਹਿਣ ਲੱਗੇ, ਮਹਾਰਾਜ ਸੰਤ ਜੀ ਮੈਂ ਬੜਾ ਹੈਰਾਨ ਹਾਂ, ਬਹੁਤ ਅਚਰਜ ਵਿੱਚ ਆਇਆ ਹਾਂ ਤੁਹਾਡੇ ਦਰਸ਼ਨ ਕਰਕੇ। ਲਾਲ ਪਿਖਾ ਇਹ ਤੁਮੇ ਪ੍ਰਸਾਦਾ। ਆਸਾ ਤੁਹਾਡੀ ਕਿਰਪਾ ਨਾਲ ਪਹਿਲੀ ਵਾਰ ਇਹ ਲਾਲ ਦੇਖਿਆ ਜੇ। ਇਤਨਾ ਸਮਾਂ ਹੋ ਗਿਆ ਮਹਾਰਾਜ ਜੌਹਰੀ ਬਣ ਕੇ ਲਾਲਾਂ ਦੀ ਪਰਖ ਕੀਤੀ ਹੈ,
ਪਰ ਇਹ ਲਾਲ ਕਦੀ ਨਹੀਂ ਵੇਖਿਆ ਮਹਾਰਾਜ। ਜੋਹਰੀਆਂ ਹੱਥ ਆਵਦਾ ਨਿਰਮੋਲਕ ਹੀਰਾ। ਭਾਈ ਗੁਰਦਾਸ ਜੀ, ਜੋਹਰੀਆ ਹੱਥ ਆਵਦਾ ਨਿਰਮੋਲਕ ਹੀਰਾ। ਕਿਸੇ ਜੋਹਰੀ ਦੇ ਹੱਥ ਨਿਰਮੋਲਕ ਹੀਰਾ ਲਾਲ ਪੰਨਾ ਆਦਿਕ ਆ ਜਾਵੇ ਨਾ, ਉਹਨੂੰ ਦੇਖਦਾ ਚੰਗੀ ਤਰ੍ਹਾਂ, ਪਰਖ ਕਰਦਾ ਕਿੰਨਾ ਕੁ ਮੁੱਲ ਹੋਵੇਗਾ। ਜੋਹਰੀ ਕਹਿਣ ਲੱਗਾ, ਪਾਤਸ਼ਾਹ ਇਹਨਾਂ ਅੱਖਾਂ ਨੇ ਬੜੇ ਲਾਲਾਂ ਦੀ ਪਰਖ ਕੀਤੀ, ਪਰ ਇਸ ਲਾਲ ਦੀ ਪਰਖ ਤੁਸੀਂ ਕਰਵਾਈ ਹੈ ਮਹਾਰਾਜ, ਮੇਰੇ ਤੋਂ ਨਹੀਂ ਹੋਈ। ਮੇਰੀ ਬੁੱਧੀ ਪਾਤਸ਼ਾਹ ਭਰਮ ਗਈ ਸੀ, ਪਰ ਤੁਹਾਡੀ ਕਿਰਪਾ ਨਾਲ ਅੱਜ ਮਹਾਰਾਜ ਇਸ ਲਾਲ ਦੀ ਪਰਖ ਹੋ ਗਈ ਹੈ। ਹੋ ਤੋ ਲਾਲਿਓ ਕਹਿ ਤੁਮ ਲਾਲਾ। ਮਹਾਰਾਜ ਮੈਂ ਨਹੀਂ ਜਾਣਦਾ, ਇਹ ਲਾਲ ਹੈ ਕਿ ਤੁਸੀਂ ਲਾਲ ਹੋ ਪਾਤਸ਼ਾਹ। ਤੁਹਾਡੇ ਹੱਥ ਨਾਲ ਜਿਹੜਾ ਛੂ ਗਿਆ ਉਹ ਕੌਡੀ ਦਾ ਪੱਥਰ ਵੀ ਲਾਲ ਬਣ ਜਾਂਦਾ ਹੈ ਮਹਾਰਾਜ। ਤੁਹਾਡੇ ਨੇਤਰਾਂ ਸਾਹਮਣੇ ਜਿਹੜਾ ਵੀ ਬੰਦਾ ਆ ਗਿਆ ਜਿਹਦਾ ਮੁੱਲ ਕੌਡੀ ਵੀ ਨਾ ਹੋਵੇ, ਉਹ ਅਰਬਾਂ ਖਰਬਾਂ ਦਾ ਬਣ ਜਾਂਦਾ ਹੈ। ਤੁਹਾਡੇ ਬਚਨ ਜਿੰਨੇ ਸੁਣ ਲਏ ਮੇਰੇ ਸਤਿਗੁਰ ਪਾਤਸ਼ਾਹ, ਉਹਦੇ ਹਿਰਦੇ 'ਚ ਕੁਛ ਨਾ ਹੋਵੇ ਪਦ, ਪਰ ਮਹਾਰਾਜ ਉਹਦਾ ਮੁੱਲ ਬੇਸ਼ੁਮਾਰ ਕੀਮਤੀ ਹੈ, ਉਹ ਖੁਦ ਲਾਲ ਬਣ ਜਾਂਦਾ ਹੈ। ਮਹਾਰਾਜ ਮੈਂ ਨਹੀਂ ਜਾਣਦਾ ਵੀ ਇਹ ਲਾਲ ਹੈ ਕਿ ਤੁਸੀਂ ਲਾਲ ਹੋ, ਬਸ ਤੁਹਾਡੇ ਦਰਸ਼ਨ ਕਰਕੇ ਤੇ ਲਾਲ ਦੇ ਦਰਸ਼ਨ ਕਰਕੇ ਦੋਵੇਂ ਇੱਕ ਹੋ ਗਏ ਮਹਾਰਾਜ। ਤੁਹਾਡੇ ਹੱਥਾਂ ਨਾਲ ਇਹ ਲਾਲ ਛੂਇਆ ਹੈ, ਇਹ ਵੀ ਤੁਹਾਡੇ ਵਰਗਾ ਬਣ ਗਿਆ ਹੈ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਖਾਲਸਾ ਜੀਓ। ਪਾਤਸ਼ਾਹ ਨੇ ਪੱਥਰ ਵੀ ਤਾਰ ਛੱਡੇ। ਅੱਖੋ ਸਤਨਾਮ ਸ੍ਰੀ ਇਹ ਵਾਹਿਗੁਰੂ। ਪੱਥਰ ਵੀ ਤਾਰੇ ਮਹਾਰਾਜ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਪੱਥਰ ਵੀ ਖਾਲਸਾ ਜੋਨੀ ਹੈ, ਉਹ ਵੀ ਬੇੜਾ ਪਾਰ ਕਰਤਾ ਪਾਤਸ਼ਾਹ ਨੇ। ਜਿਸ ਚਰਨਾਂ ਨਾਲ ਪਾਤਸ਼ਾਹ ਜਿੱਥੇ ਚੱਲ ਕੇ ਜਾਂਦੇ ਨਾ, ਉਹ ਧਰਤੀ ਨੂੰ ਭਾਗ ਲਾਉਂਦੇ। ਜਿਨ੍ਹਾਂ ਹੱਥਾਂ ਨਾਲ ਮਹਾਰਾਜ ਨੇ ਜਿਸ ਲਾਲ ਨੂੰ ਛੋਇਆ, ਪੱਥਰ ਨੂੰ ਛੋਇਆ, ਚਰਨਾਂ ਨਾਲ ਪਾਤਸ਼ਾਹ ਨੇ ਸਪਰਸ਼ ਕੀਤਾ, ਉਹ ਪੱਥਰ ਵੀ ਕੀਮਤੀ ਲਾਲ ਬਣ ਗਿਆ। ਜਿਨ ਮਿਲਨੇ ਮੈਂ ਪਇਓ ਨਿਹਾਲਾ। ਮਹਾਰਾਜ ਮੈਂ ਨਹੀਂ ਜਾਣਦਾ ਕਿ ਪੱਥਰ ਹੈ ਕੀ ਹੈ, ਪਰ ਅੱਜ ਸਮਝ ਆ ਗਈ ਕਿ ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ, ਤੁਹਾਡੇ ਨਾਲ ਜਿਹੜਾ ਛੂਏਗਾ ਉਹ ਵੀ ਲਾਲ ਬਣ ਜਾਏਗਾ ਮਹਾਰਾਜ, ਉਹ ਵੀ ਬੇਸ਼ੁਮਾਰ ਕੀਮਤੀ ਬਣ ਜਾਏਗਾ। ਤੁਹਾਡੇ ਦਰਸ਼ਨ ਕਰਕੇ ਮਹਾਰਾਜ ਅੱਜ ਮੈਂ ਨਿਹਾਲ ਹੋ ਗਿਆ ਹਾਂ। ਮੁਝ ਸਮਝਾਏ ਸੁਨਾਵੋ ਬਾਣੀ। ਤੇ ਪਾਤਸ਼ਾਹ ਆਪਣੇ ਬਚਨ ਸੁਣਾਓ, ਕੋਈ ਦੱਸੋ ਮਹਾਰਾਜ ਕੀਮਤੀ ਲਾਲ ਕੀ ਹੁੰਦਾ, ਉਹਦੇ ਬਾਰੇ ਦੱਸੋ। ਏ ਕਿਰਪਾਲ ਤੁਮ ਸਭ ਗੁਣ ਖਾਨੀ। ਹੈ ਮੇਰੇ ਕਿਰਪਾਲ, ਕਿਰਪਾ ਦੇ ਘਰ ਸਰੂਪ, ਕਿਰਪਾਲੂ ਦਾਤੇ ਪਾਤਸ਼ਾਹ ਤੁਸੀਂ ਗੁਣਾ ਦੀ ਖਾਨ ਹੋ। ਦੇਨੇ ਹੇਤ ਸ਼ਾ ਉਪਦੇਸ਼ਾ। ਉਸ ਸਾਲ ਸਰਾਏ ਜੋਹਰੀ ਸ਼ਾਹੂਕਾਰ ਨੂੰ ਉਪਦੇਸ਼ ਦੇਣ ਲਈ। ਬੋਲੇ ਸ਼ਬਦ ਤਬੇ ਜਗਤੇਸ਼ਾ। ਜਗਤ ਦੇ ਈਸ਼ਵਰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ। ਬਿਲਾਵਲ ਮਹੱਲਾ ਪਹਿਲਾ। ਲਾਲੋ ਲਾਲ ਉਪਾਇਆ, ਲਾਲੋ ਲਾਲ ਦਿਸਨ। ਬਿਲਾਵਲ ਰਾਗ ਵਿੱਚ ਇਹ ਪਾਵਨ ਸ਼ਬਦ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਚ ਨਹੀਂ, ਪਰ ਜਨਮ ਸਾਖੀ ਵਿੱਚ ਕਵੀ ਸੰਤੋਖ ਸਿੰਘ ਜੀ ਵੀ ਇੱਥੇ ਬਿਆਨ ਕਰਦੇ ਹਨ। ਲਾਲੋ ਲਾਲ ਉਪਾਇਆ, ਗੁਰੂ ਪਾਤਸ਼ਾਹ ਤੁਸੀਂ ਲਾਲ, ਤੇ ਤੁਹਾਡੇ ਵਿੱਚੋਂ ਪਾਤਸ਼ਾਹ ਮਹਾਰਾਜ ਆਪਣੀ ਅਵਸਥਾ ਨੂੰ ਬਿਆਨ ਕਰਦੇ ਕਿ ਮੇਰੇ ਲਾਲ ਅਕਾਲ ਪੁਰਖ ਨੇ ਜਿਨ੍ਹਾਂ ਤੇ ਬਖਸ਼ਿਸ਼ ਕੀਤੀ, ਉਦੋਂ ਲਾਲ ਹੀ ਅੰਦਰੋਂ ਪੈਦਾ ਕਰਤੇ। ਭਾਵ ਅਕਾਲ ਪੁਰਖ ਦੀ ਜੋਤ ਜਿਨ੍ਹਾਂ ਦੇ ਹਿਰਦੇ ਵਿੱਚ ਹੈ, ਜਿਹੜੇ ਜੋਤ ਨੂੰ ਪਛਾਣ ਕਰ ਲੈਂਦੇ ਨਾ, ਉਹ ਲਾਲ ਹੀ ਬਣ ਜਾਂਦੇ ਹਨ। ਅਸਲ ਲਾਲ ਉਹ ਹਨ। ਲਾਲੋ ਲਾਲ ਉਪਾਇਆ ਤੇ ਲਾਲੋ ਲਾਲ ਦਿਸਨ, ਤੇ ਉਹਨਾਂ ਨੂੰ ਸਾਰੇ ਪਾਸੇ ਲਾਲੋ ਲਾਲ ਹੀ ਨਜ਼ਰ ਆਉਂਦੇ ਹਨ। ਭਾਵ ਆਤਮ ਸਰੂਪ ਹੀ ਨਜ਼ਰ ਆਉਂਦਾ ਹੈ ਉਹਨਾਂ ਨੂੰ। ਲਾਲ ਆਤਮ ਸਰੂਪ ਹੈ ਖਾਲਸਾ ਜੀ। ਬਾਕੀ ਤਾਂ ਲਾਲ ਦੁਨਿਆਵੀ ਰੰਗ ਹੋਵੇਗਾ। ਲਾਲ ਦੇ ਅਰਥ ਬਹੁਤ ਹਨ। ਇੱਕ ਦੁਨਿਆਵੀ ਲਾਲ,
एक रंग रलियां मान है वो भी लाल, एक लाल रंग तिसको लगा जिसके वड भागा वो भी लाल प्रेम का रंग। एक लाल स्वरूप आत्म स्वरूप है। इन्हें कहते हिरदा बागो बाग हो गया, मन खिड़ गया, मन खिड़िया हरिया बाग। ते पातशाह जी गुरु नानक पातशाह जी आप फरमान करते, रब जी जिन्हां दे तुहाडी मेहर है पातशाह, लालो लाल उपाया, तुसी लाल अकाल पुरख, तुसी अपने विचों ही आत्म स्वरूप प्रगट किया है महाराज सारी दुनिया लई। लालो लाल दिसाना जिन्हां ते तुहाडी मेहर होंदी है मेरे पातशाह, ओ गुरु के प्यारे इन्हां नेत्रां नहीं, सारे पासे आत्म स्वरूप लालो लाल परमात्मा ਨੂੰ ही वेखदे ਹਨ। जिना लाली नेत्र में दूजा ना जणन, जिन्हां ਦੇ ਨੇਤਰਾਂ ਵਿੱਚ ਉਹ ਲਾਲੀ ਹੈ, ਆਤਮ ਸਰੂਪ ਦੀ ਜਿਨ੍ਹਾਂ ਦੀ ਜੋਤੀ ਨੇਤਰ ਰਾਹੀਂ ਬਾਹਰ ਆ ਰਹੀ ਹੈ। ਜਿਹੜੇ ਇਹ ਨੇਤਰ ਹੋ ਮੇਰੇ ਹੋ, ਇਹ ਨੇਤਰਾਂ ਰਾਹੀਂ ਇੱਕ ਰੱਬ ਨੂੰ ਵੇਖਦੇ ਹਨ, ਦੂਜੇ ਨੂੰ ਨਹੀਂ ਵੇਖਦੇ, ਤੇ ਉਹਨਾਂ ਨੂੰ ਲਾਲੋ ਲਾਲ ਹੀ ਨਜ਼ਰ ਆਉਂਦਾ ਸਾਰੇ ਪਾਸੇ, ਦੂਜਾ ਨਜ਼ਰ ਨਹੀਂ ਆਉਂਦਾ। ਉਹ ਇੱਕ ਆਤਮ ਸਰੂਪ ਨੂੰ ਸਾਰੇ ਪਾਸੇ ਵੇਖਦੇ ਹਨ। ਸੁਣ ਸਾਲਸ ਤੂੰ ਜਵਾਹਰੀ ਆਪਣਾ ਲਾਲ ਪਛਾਣ। ਪਾਤਸ਼ਾਹ ਕਹਿੰਦੇ ਜੌਹਰੀ ਜੀ, ਸਾਲਸ ਰਾਏ ਜੀ ਆਪਣਾ ਲਾਲ ਪਛਾਣ, ਉਹ ਤੇਰਾ ਵੀ ਆਤਮ ਸਰੂਪ ਉਹੀ ਹੈ, ਪਛਾਣ ਕਰ ਉਹਦੀ ਭਾਈ, ਕਰਦਾ ਕਿਉਂ ਨਹੀਂ। ਉਹੀ ਲਾਲ परमात्मा है, ਉਹੀ ਲਾਲ ਜੋਤ ਸਰੂਪ ਜੋ ਸਾਰੇ ਪਾਸੇ ਵਿਆਪਕ ਹੈ, ਉਹੀ ਲਾਲ ਆਤਮ ਸਰੂਪ ਜੋ ਸਭਨਾਂ ਦੇ ਹਿਰਦੇ ਵਿੱਚ ਹੈ, ਉਹ ਤੇਰੇ ਹਿਰਦੇ ਵਿੱਚ ਵੀ ਹੈ। ਐ ਜੋਰੀ ਜੀ ਆਪਣੇ ਲਾਲ ਦੀ ਪਛਾਣ ਕਰੋ ਜੋ ਤੁਹਾਡੇ ਨੇੜੇ ਹੈ, ਤੁਹਾਡੇ ਹਿਰਦੇ ਵਿੱਚ ਹੈ, ਤੁਹਾਡੇ ਅੰਤਸ਼ਕਰਨ ਵਿੱਚ ਹੈ। ਜੋ ਸਰੂਪ परमात्मा है ਉਹ ਤੁਹਾਡਾ ਆਪਣਾ ਹੈ, ਉਹਦੀ ਪਛਾਣ ਕਰੋ। ਊੜੇ ਲਾਲ ਨ ਗੰਢ ਬਨ ਲੀਜੇ ਭਲੇ ਸਿਆਣ। ਚੰਗੀ ਤਰ੍ਹਾਂ ਪਛਾਣ ਕਰ ਲੈ, ਸਮਝਾਣ ਲੈ, ਐਵੇਂ ਝੂਠੇ ਲਾਲ ਪੱਲੇ ਨਾ ਬਣ ਨਹੀਂ ਕਿ ਇਹ ਲਾਲ ਵੀ ਇਹ ਵੀ ਸਾਂਭ ਲਵਾਂ, ਇਹ ਵੀ ਸਾਂਭ ਲਵਾਂ, ਇਹ ਵੀ ਪੰਨਾ ਹੈ, ਇਹ ਹੀਰਾ ਹੈ, ਇਹ ਮੋਤੀ ਹੈ, ਇਹ ਲਾਲ ਹੈ ਤਾਂ ਪੱਥਰ ਹੀ ਹੈ। ਇਹ ਕੂੜੇ ਲਾਲ ਹਨ, ਇਹ ਝੂਠੇ ਲਾਲ ਹਨ, ਇਹਨਾਂ ਨੂੰ ਪੱਲੇ ਨਾ ਮੰਨੋ। ਅਸਲ ਜਿਹੜਾ ਲਾਲ ਹੈ ਆਤਮ ਸਰੂਪ, ਉਹਦੀ ਪਛਾਣ ਕਰੋ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅਗਾਂਹ ਫਰਮਾਨ ਕਰਦੇ ਹਨ, ਕੰਕਰ ਪੱਥਰ ਮੇਲ ਕੈ ਨਾਉ ਸਦਾਇਓ ਸ਼ਾਹ। ਵਾਹ ਕਮਾਲ ਹੈ ਜੌਹਰੀ ਜੀ, ਤੁਹਾਡਾ ਨਾਮ ਪੈ ਗਿਆ ਸ਼ਾਹੂਕਾਰ। ਸਾਲਸ ਰਾਏ ਜੌਹਰੀ, ਜ਼ੋਹਰੀ, ਉਹ ਪੱਥਰ ਆਦਿਕ ਕੰਕਰ ਆਦਿਕ ਮੇਲ ਕੇ ਇਕੱਠੇ ਕਰਕੇ, 4-5 ਪੱਥਰ ਇਕੱਠੇ ਕਰ ਲਏ, ਬੜਾ ਵੱਡਾ ਸ਼ਾਹੂਕਾਰ ਬਣ ਗਿਆ। ਓਏ ਕਦਾ ਸ਼ਾਹੂਕਾਰ ਬਣਿਆ? ਨਹੀਂ, ਇਹ ਸ਼ਾਹੂਕਾਰ ਇਹ ਨਹੀਂ ਹੁੰਦਾ। ਅਸਲ ਸ਼ਾਹੂਕਾਰ ਜਿਹੜਾ ਆਪਣੇ ਲਾਲ ਦੀ ਪਛਾਣ ਕਰੇ। ਬਿਨ ਸਤਗੁਰ ਪੂਰੇ ਅੰਧ ਐ ਮੂਲ ਨ ਬੂਝੇ ਰਾਹ। ਤੇ ਉਹ ਮੂਲ ਵੀ ਨਹੀਂ ਸਮਝਦੇ ਰਾਹ ਕਿਹੜਾ ਰਾਹ ਹੈ। ਬਿਨਾਂ ਸਤਿਗੁਰ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਉਹ ਅੰਨੇ ਹਨ। ਜਦੋਂ ਖਾਲਸਾ ਜੀ ਗੁਰੂ ਦੀ ਕਿਰਪਾ ਹੁੰਦੀ ਨਾ, ਫਿਰ ਸੁਜਾਖੇ ਬਣਦੇ ਹਨ। ਜੇ ਗੁਰੂ ਨਾਲ ਨਹੀਂ ਜੁੜਦੇ, ਸ਼ਬਦ ਨਾਲ ਨਹੀਂ ਜੁੜਦੇ, ਬਖਸ਼ਿਸ਼ ਨਹੀਂ ਪ੍ਰਾਪਤ ਕਰਦੇ, ਤੇ ਉਹ ਤਾਂ ਅੰਨੇ ਹਨ। ਅੰਨਿਆਂ ਨੂੰ ਕੀ ਰਾਹ ਨਜ਼ਰ ਆਣਾ ਹੈ ਖਾਲਸਾ ਜੀ। ਜੇ ਗੁਰੂ ਪਾਤਸ਼ਾਹ ਦੇ ਸ਼ਬਦ ਨਾਲ ਜੁੜਨਗੇ, ਆਤਮ ਰਸ ਵੱਲ ਜਾਣਗੇ, ਤੇ ਉਹ ਰਾਹ ਨਜ਼ਰ ਆ ਜਾਏਗਾ। ਜਿਸ ਰਾਹ ਉਹ ਕੀਮਤੀ ਲਾਲ ਹੈ ਖਾਲਸਾ ਜੀ, ਜਿਸ ਰਾਹ परमात्मा लाल अंदर बैठा है, वो ला, वो वाहिगुरु परमात्मा स्वरूप वो लाल नजर आ जाएगा। मेरा मेरा कर संचियो राती अते डेह। राती रात नू अते डेह दिन नू, तुसी तां दिन रात ये भी मेरे को आण दे, ये भी मेरा है। मेरा मेरा कर संचियो,
ਰਾਤੀ ਅਤੇ ਦੇਹ, ਦਿਨ ਰਾਤ, ਕਿ ਇਹ ਵੀ ਮੇਰਾ ਹੈ, ਇਹ ਵੀ ਮੇਰਾ ਹੈ, ਇਹ ਵੀ ਇਕੱਠਾ ਕਰ ਲਵਾਂ, ਇਹ ਵੀ ਇਕੱਠਾ ਕਰ ਲਵਾਂ। ਕਾਈ ਸਾਖ ਨ ਉਪਜੀਆ ਕਲਰ ਵੁੱਠਾ ਮੇਹੋਂ। ਤੇ ਧਿਆਨ ਰੱਖਣਾ, ਉੱਥੇ ਕੋਈ ਉਹ ਧਰਤੀ ਜਿਹੜੀ ਕੱਲਰ ਦੀ ਧਰਤੀ ਹੈ, ਉਸ ਧਰਤੀ ਉੱਤੇ ਮੀਂਹ ਪੈ ਗਿਆ, ਉੱਥੇ ਕੋਈ ਦਰਖਤ ਨਹੀਂ ਪੈਦਾ ਹੋਣਾ, ਕੋਈ ਫਸਲ ਨਹੀਂ ਪੈਦਾ ਹੋਣੀ, ਕੋਈ ਬੂਟਾ ਨਹੀਂ ਪੈਦਾ ਹੋਣਾ, ਕੋਈ ਵੀ ਚੀਜ਼ ਪੁੰਗਰਣੀ ਨਹੀਂ ਉੱਥੇ, ਜਿਹੜੀ ਕੱਲਰ ਦੀ ਧਰਤੀ ਹੈ। ਤੁਹਾਡਾ ਹਿਰਦਾ ਇਹ ਪੱਥਰਾਂ ਵਾਲਾ ਇਹ ਕੱਲਰ ਦੀ ਧਰਤੀ ਹੈ ਓਏ। ਤੁਹਾਡੇ ਜਿੱਧਰ ਮੋਹ ਦੀ ਭਾਵਨਾ ਹੈ, ਲੋਭ ਦੀ ਭਾਵਨਾ ਹੈ, ਲਾਲਚ ਹੈ, ਉਹ ਕੱਲਰ ਦੀ ਧਰਤੀ ਹੈ। ਉੱਥੇ ਸਾਖ ਰਸ ਨਹੀਂ ਪੈਦਾ ਹੋਣਾ, ਗੁਰੂ ਦੀ ਬਖਸ਼ਿਸ਼ ਨਹੀਂ ਪੈਦਾ ਹੋਣੀ, ਉੱਥੇ ਆਤਮ ਰਸ ਨਹੀਂ ਆਣਾ। ਸੁਣ ਸਾਲਸ ਇਹ ਬੇਨਤੀ ਜੇ ਕਰਮ ਪ੍ਰਾਪਤ ਹੋਏ। ਐ ਸਾਲਸ ਰਾਏ, ਅਸੀਂ ਤਾਂ ਰੱਬ ਦੇ ਚਰਨਾਂ ਤੇ ਬੇਨਤੀ ਕਰਦੇ ਹਾਂ, ਬਸ ਬੇਨਤੀ ਕਰ ਤੁਮੇ, ਜੇ ਕਰਮ ਪ੍ਰਾਪਤ ਹੋਏ, ਜੇ ਰੱਬ ਦੀ ਬਖਸ਼ਿਸ਼ ਮਿਲ ਜਾਵੇ, ਕਰਮ ਬਖਸ਼ਿਸ਼, ਜੇ ਪੂਰਬਲੇ ਕਰਮ ਅੰਕੁਰ ਜਾਗ ਪੈਣ। ਖਾਲਸਾ ਜੀ, ਉਹ ਬਖਸ਼ਿਸ਼ ਵੀ ਅੰਕੁਰ ਜਾਗਣ ਨਾਲ ਹੁੰਦੀ ਹੈ, ਤੇ ਅੰਕੁਰ ਜਗਾਣਾ ਵੀ ਬਖਸ਼ਿਸ਼ ਨਾਲ, ਦੋਵੇਂ ਓਤ-ਪੋਤ ਹਨ। ਬਸ ਕਹਿ ਲੋ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਹ ਜਗਾਉਣ ਵਾਲੇ ਵੀ ਕਿਰਪਾ ਕਰਨ ਵਾਲੇ ਵਾਹਿਗੁਰੂ ਹਨ। ਜੇ ਵਾਹਿਗੁਰੂ ਮਿਹਰ ਕਰਦੇ ਹਨ ਐ ਸਾਲਸ ਰਾਏ, ਤੇ ਤਾਂ ਅਸਲ ਲਾਲ ਦੀ ਪਛਾਣ ਹੁੰਦੀ ਹੈ। ਨਾਨਕ ਏਕ ਆਰਾਧੀਐ ਦੁਖ ਨ ਲਾਗੇ ਕੋਏ। ਪਾਤਸ਼ਾਹ ਫਰਮਾਨ ਕਰਦੇ, ਇੱਕ ਦੀ ਰੱਦ ਨਾ ਕਰੀਏ ਭਾਈ, ਇੱਕ ਵਾਹਿਗੁਰੂ ਨੂੰ ਜਪੀਏ, ਕੋਈ ਦੁੱਖ ਨਹੀਂ ਲੱਗੇਗਾ। ਉਹ ਇੱਕ ਹੀ ਵਾਹਿਗੁਰੂ ਅਸਲ ਲਾਲ ਆਤਮ ਸਰੂਪ ਦੀ ਪਛਾਣ ਕਰਾ ਦੇਵੇਗਾ। ਜਦੋਂ ਪਛਾਣ ਹੋ ਗਈ ਫਿਰ ਦੁੱਖ ਨਹੀਂ ਲੱਗਣਾ, ਫਿਰ ਦੁੱਖ ਨਹੀਂ, ਸਭ ਸੁਖ ਹੀ ਹੈ ਰੇ। ਫਿਰ ਦੁੱਖ ਤਾਂ ਹੋਣਾ ਹੀ ਨਹੀਂ ਉੱਥੇ, ਫਿਰ ਸੁੱਖ ਹੀ ਸੁੱਖ ਨਜ਼ਰ ਆਵੇਗਾ। ਚੌਪਈ ਰਾਖੇ ਸੰਚ ਲਾਲ ਜੇ ਪਾਜਾ। ਜਿਨ੍ਹਾਂ ਨੇ ਝੂੜੇ ਝੂਠੇ ਲਾਲਚ, ਨਿਕੰਮੇ ਲਾਲਚ, ਲਾਲ ਇਹ ਆਪਣੇ ਕੋਲ ਬੰਨ ਕੇ ਰੱਖੇ ਹੋਏ ਹਨ। ਦਿਨ ਤੇ ਸਰੇ ਨਾ ਏਕੋ ਕਾਜਾ। ਝੂੜੇ ਲਾਲਾਂ ਕਰਕੇ ਕੋਈ ਵੀ ਕੰਮ ਨਹੀਂ ਸਰਨਾ ਕਿਸੇ ਬੰਦੇ ਦਾ। ਅਗਲਾ ਜਿਹੜਾ ਰੱਬ ਦੇ ਦਰ ਦਾ ਕਾਰਜ ਹੈ, ਉਸ ਦਰ ਵੱਲ ਜਾਣਾ ਹੈ, ਉਹ ਦਰ ਵੱਲ ਇਹ ਲਾਲਚ ਨਹੀਂ ਜਾਂਦੇ ਖਾਲਸਾ ਜੀਓ। ਦੁਨਿਆਵੀ ਲਾਲਚ, ਦੁਨਿਆਵੀ ਪਦਾਰਥ ਉਹ ਨਹੀਂ ਜਾਂਦੇ। ਖਾਣ ਪੀਣ ਮੈਂ ਸੋਨੇ ਆਵੇ। ਤੇ ਭਾਈ ਇਹ ਤਾਂ ਖਾਣ ਪੀਣ ਵਿੱਚ ਵੀ ਨਹੀਂ ਆਉਂਦੇ, ਪੱਥਰ ਹੈ। ਪੱਥਰ ਕੀ ਖਾਵੇਗਾ, ਖਾ ਲੋ ਪੱਥਰ ਨੂੰ। ਨਾ ਖਾਣ ਵਿੱਚ ਨਾ ਪੀਣ ਵਿੱਚ ਆਉਂਦੇ ਹਨ। ਪਟ ਜਿਉ ਸੀਤ ਨਾ ਦੇ ਹਟਾਵੇ। ਜਿਵੇਂ ਕੋਈ ਕੱਪੜਾ ਠੰਡ ਦੂਰ ਕਰਦਾ ਹੈ ਨਾ, ਇਹ ਪੱਥਰ ਠੰਡ ਵੀ ਦੂਰ ਨਹੀਂ ਕਰ ਸਕਦਾ। ਪਾਹਨ ਜਾਤ ਸਵਚ ਪਿਖ ਰਾਖਤ। ਤੁਸੀਂ ਤਾਂ ਕਹਿੰਦੇ ਹੋ ਪਾਹਨ ਸਵਛ ਜਾਤੀ ਹੈ, ਪੱਥਰ ਦੀ ਵੱਖ-ਵੱਖ ਜਾਤੀਆਂ, ਤੇ ਇਹ ਪਾਹਰ ਪੱਥਰ ਦੀ ਸਵਛ ਜਾਤੀ ਹੈ, ਨਿਰਮਲ ਜਾਤੀ ਹੈ। ਤੁਸੀਂ ਉਹਨੂੰ ਸਾਂਭ ਕੇ ਰੱਖਦੇ ਹੋ। ਕਰ ਹੰਕਾਰ ਸ਼ਾ ਨਿਜ ਭਾਖਤ। ਫਿਰ ਕਹਿੰਦੇ ਮੇਰੇ ਕੋਲ ਇਤਨੇ ਲਾਲ ਹਨ, ਇਤਨੇ ਹੀਰੇ ਹਨ, ਇਤਨੇ ਪੰਨੇ ਹਨ, ਤੇ ਬੜਾ ਗੁਮਾਨ ਕਰਦੇ ਹੋ ਆਪਣੇ ਆਪ ਤੇ। ਕੀ ਆਖਦੇ ਹੋ ਮੈਂ ਸ਼ਾਹੂਕਾਰ ਹਾਂ? ਨਹੀਂ, ਤੁਸੀਂ ਅਸਲ ਸ਼ਾਹੂਕਾਰ ਨਹੀਂ ਹੋ। ਸ਼੍ਰੀ ਕਰਤਾਰ ਨਾਮ ਸੱਚ ਲਾਲਾ। ਜਿਹੜਾ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹੈ ਨਾ, ਉਹ ਸੱਚਾ ਲਾਲ ਹੈ। ਬਸ ਉਹ ਤੁਹਾਡੇ ਹਿਰਦੇ ਵਿੱਚ ਹੈ, ਉਹ ਆਤਮ ਸਰੂਪ ਵਿੱਚ ਹੈ, ਉਹਦੀ ਪਛਾਣ ਕਰੋ। ਬਸ ਸ੍ਰੀ ਕਰਤਾਰ ਨਾਮ ਸੱਚ ਲਾਲਾ, ਜੋ ਸ਼੍ਰੀ ਸ਼੍ਰੋਮਣੀ ਵਾਹਿਗੁਰੂ ਪ੍ਰਮਾਤਮਾ ਹੈ, ਕਰਤਾਰ ਜਿਹਦੇ ਹੱਥ ਵਿੱਚ ਸਭਨਾ ਦੀ ਤਾਰ ਹੈ,
ਤੇ ਉਹਦਾ ਨਾਮ ਹੀ ਸੱਚਾ ਲਾਲ ਹੈ। ਜੈ ਕੋ ਮਿਲੇ ਸੋ ਹੋਤ ਨਿਹਾਲਾ। ਤੇ ਜਿਸ ਨੂੰ ਉਹ ਨਾਮ ਮਿਲ ਜਾਵੇ ਉਹ ਗੁਰੂ ਕਾ ਪਿਆਰਾ ਨਿਹਾਲ ਨਿਹਾਲ ਹੋ ਜਾਂਦਾ ਹੈ। ਦੋਹਰਾ ਲਾਲ ਅਮੋਲ ਕੇ ਆਪਨੋ ਆਤਮ ਪਰਖਿਓ ਨਾਏ। ਐ ਸਾਲਸ ਜੋ ਲਾਲ ਅਮੋਲਕ ਹੈ ਆਤਮ ਸਰੂਪ ਤੂੰ ਉਹਦੀ ਪਰਖ ਕੀਤੀ ਨਹੀਂ। ਨਾਮ ਦੁਆਰਾ ਉਹ ਅਮੋਲਕ ਲਾਲ ਆਤਮ ਸਰੂਪ ਦੀ ਪਰਖ ਹੋਣੀ ਹੈ। ਨਾਮ ਵੀ ਲਾਲ ਹੈ, ਆਤਮ ਸਰੂਪ ਵੀ ਲਾਲ ਹੈ। ਖਾਲਸਾ ਜੀ ਐ ਸਾਲਸ ਐ ਜੌਹਰੀ ਜੀ ਤੁਸੀਂ ਆਪਣੇ ਆਤਮ ਸਰੂਪ ਦੀ ਪਰਖ ਨਹੀਂ ਕੀਤੀ। ਨਿਜ ਆਨੰਦ ਭੁਲਾਏ ਕੈ ਪਰਿਓ ਕਸ਼ਟ ਕੇ ਮਾਏ। ਤੇ ਆਪਣਾ ਆਤਮ ਆਨੰਦ ਭੁਲਾ ਦਿੱਤਾ ਹੈ। ਦੁੱਖਾਂ 'ਚ ਗਲਤਾਨ ਹੋ ਗਿਓ ਕਿ ਮੈਂ ਇਹ ਵੀ ਲਾਲ ਇਕੱਠਾ ਕਰ ਲਵਾਂ, ਇਹ ਵੀ ਲਾਲ ਇਕੱਠਾ ਕਰ ਲਵਾਂ। ਇਕੱਠਾ ਕਰਨਾ ਵੀ ਔਖਾ ਹੈ, ਉਸ ਤੋਂ ਔਖਾ ਉਹਨੂੰ ਸਾਹਮਣਾ। ਚੋਰ ਆਦਿਕ ਡਾਕਾ ਨਾ ਮਾਰ ਕੇ ਲੈ ਜਾਣ ਦੇ, ਜੇ ਚਲਾ ਜਾਵੇ ਫਿਰ ਜਾਨ ਕੱਢ ਕੇ ਨਾਲ ਲੈ ਜਾਂਦਾ ਹੈ ਕਿ ਚਲਾ ਗਿਆ, ਗੁੰਮ ਗਿਆ ਕੋਈ ਚੀਜ਼। ਤੇ ਐ ਸਾਲਸ ਰਾਏ ਜੌਹਰੀ ਜੀ ਧਿਆਨ ਰੱਖਣਾ, ਇਹ ਦੁਨਿਆਵੀ ਲਾਲ ਤਾਂ ਦੁੱਖ ਰੂਪ ਹਨ। ਸਾਲਿਸ ਬੂਝੇ ਕੌਣ ਤੂੰ ਕਹਾਂ ਤੁਮਾਰਾ ਦੇਸ਼। ਸਾਲਸ ਰਾਏ ਪੁੱਛਦਾ ਦੱਸੋ ਮਹਾਰਾਜ ਤੁਸੀਂ ਕੌਣ ਹੋ? ਸੰਤ ਜੀ ਕੌਣ ਹੋ? ਕਿੱਥੇ ਰਹਿੰਦੇ ਹੋ? ਤੁਹਾਡਾ ਕਿਹੜਾ ਇਲਾਕਾ ਹੈ? ਕਹਾਂ ਜਾਓਗੇ ਸੰਤ ਜੀ ਕੌਣ ਆਪ ਕੋ ਬੇਸ। ਸੰਤ ਜੀ ਕਿੱਥੇ ਜਾਓਗੇ? ਕਿਹੜਾ ਤੁਹਾਡਾ ਟਿਕਾਣਾ? ਤੁਹਾਡਾ ਰਸਤਾ ਕਿਹੜਾ ਹੈ? ਤੁਹਾਡਾ ਲਿਬਾਸ ਕਿਹੜਾ? ਇਹ ਵੀ ਦੱਸੋ। ਚੋਪਈ ਖਟ ਦਰਸ਼ਨ ਮੈਂ ਸਭ ਹੀ ਦੇਖਾ। ਇਹਨਾਂ ਨੇਤਰਾਂ ਨਾਲ ਹੀ ਮਹਾਰਾਜ ਮੈਂ 6 ਦਰਸ਼ਨ ਦੇ ਦਰਸ਼ਨ ਕੀਤੇ ਹਨ। 6 ਜਿਹੜੇ ਖਾਲਸਾ ਜੀਓ ਵਿਦਾਂਤ ਵਿਦਾਂਤੀ ਜੋਗੀ ਆਦਿਕ ਇਹ ਜਿਹੜੇ 6 ਦਰਸ਼ਨ ਹਨ ਨਾ, ਜਿਹਨੂੰ 6 ਸ਼ਾਸਤਰਾਂ ਦੇ ਅਧਿਕਾਰੀ ਵੀ ਕਹਿੰਦੇ ਨੇ, ਉਹਨਾਂ ਦੇ ਦਰਸ਼ਨ ਮਹਾਰਾਜ ਮੈਂ ਕੀਤੇ ਹਨ। ਪਾਇਓ ਜਾਏ ਨਾ ਤੁਮਰੋ ਬੇਖਾ। ਤੁਹਾਡਾ ਲਿਬਾਸ ਸਭ ਤੋਂ ਵੱਖਰਾ ਹੈ, ਤੁਹਾਡੇ ਦਰਸ਼ਨ ਸਭ ਤੋਂ ਨਿਆਰੇ ਹਨ, ਤੁਹਾਡਾ ਉਪਦੇਸ਼ ਸਭ ਤੋਂ ਪਾਸ਼ਾ ਵੱਖਰਾ ਹੀ ਹੈ, ਸਾਂਝਾ ਵੀ ਹੈ। ਇੱਕ ਦਾ ਸਿਧਾਂਤ ਦੂਜੇ ਨਾਲ ਮਿਲਦਾ ਨਹੀਂ, ਦੂਜੇ ਦਾ ਤੀਜੇ ਨਾਲ ਨਹੀਂ ਮਿਲਦਾ। ਤੁਹਾਡਾ ਸਿਧਾਂਤ ਸਾਰਿਆਂ ਵਿੱਚ ਵਾਲਾ ਵੀ ਹੈ, ਸਭ ਤੋਂ ਨਿਆਰਾ ਵੀ ਹੈ। ਮਹਾਰਾਜ ਤੁਸੀਂ ਪਾਤਸ਼ਾਹ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ, ਤੁਸੀਂ ਐਸੇ ਵੇਸ ਵਾਲੇ ਹੋ। ਮਹਾਰਾਜ ਦੱਸੋ ਪਾਤਸ਼ਾਹ ਕੌਣ ਹੋ? ਸ਼੍ਰੀ ਗੁਰ ਸੁਨ ਕਰ ਗਿਰਾ ਉਚਾਰੀ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਹਦੀ ਬੇਨਤੀ ਸੁਣੀ ਤੇ ਮਹਾਰਾਜ ਜੀ ਨੇ ਆਪਣਾ ਬਚਨ ਉਚਾਰਨ ਕੀਤਾ। ਨਾਮ ਜਾਨ ਨਾਨਕ ਨਿਰੰਕਾਰੀ। ਪਾਤਸ਼ਾਹ ਕਹਿੰਦੇ ਸਾਲ ਸ੍ਰੀ ਸਾਡਾ ਨਾਮ ਜਾਣੋ। ਐ ਜੌਹਰੀ ਜੀ ਸਾਡਾ ਨਾਮ ਹੈ ਨਾਨਕ ਨਿਰੰਕਾਰੀ, ਆਕਾਰ ਤੋਂ ਰਹਿਤ ਨਾਨਕ ਸਰੂਪ ਸਾਡਾ ਨਾਮ ਹੈ। ਦੇਸ਼ ਹਮਾਰਾ ਏਕੰਕਾਰਾ। ਅਸੀਂ ਏਕੰਕਾਰ ਇੱਕ ਪ੍ਰਮਾਤਮਾ ਦੇ ਦੇਸ਼ ਵਿੱਚ ਰਹਿੰਦੇ ਆ, ਜਿੱਥੇ ਹੋਰ ਕੋਈ ਨਹੀਂ ਰਹਿੰਦਾ, ਬਸ ਇੱਕੋ ਹੀ ਰਹਿੰਦਾ ਹੈ। ਉਹ ਵਿਆਪਕ ਵੀ ਹੈ ਤੇ ਨਿਰਲੇਪ ਵੀ ਹੈ। ਅਸੀਂ ਉਹਦੇ ਦੇਸ਼ ਵਿੱਚ ਰਹਿੰਦੇ ਹਾਂ। ਤਨ ਮੈਂ ਵੇਖ ਤਿਸੀ ਕੋ ਤਾਰਾ। ਸਾਡਾ ਸਰੀਰ ਦਾ ਲਿਬਾਸ ਵੀ ਉਹਦਾ ਹੀ ਹੈ। ਅਸੀਂ ਲਿਬਾਸ ਵੀ ਇੱਕ ਦਾ ਧਾਰਨ ਕੀਤਾ ਹੈ। ਬਾਪ ਇੱਕ ਨੂੰ ਯਾਦ ਰੱਖਣਾ ਸਰੀਰ ਰਾਹੀਂ। ਸੁਨ ਕਰ ਸਾਲਸ ਇਸ ਬਿਦ ਬਾਣੀ। ਤੇ ਪਾਤਸ਼ਾਹ ਦੇ ਬਚਨ ਸੁਣ ਕੇ ਜਦੋਂ ਸੁਣੇ ਸਾਲਸ ਰਾਏ ਨੇ, ਸ਼ਰਨ ਗਹਿਨ ਕੀ ਮਤ ਠਹਿਰਾਨੀ। ਮਨ ਵਿੱਚ ਹੋਰ ਸ਼ਰਧਾ ਵੱਜ ਗਈ ਵੀ ਇਹਨਾਂ ਦੀ ਸ਼ਰਨ ਗ੍ਰਹਿਣ ਕਰਾਂ। ਜੇ ਤੁਮ ਏਕੰਕਾਰ ਬਿਲੋਕਾ। ਕਹਿਣ ਲੱਗੇ ਜੇ ਤੁਸੀਂ ਇੱਕ ਪ੍ਰਮਾਤਮਾ ਨੂੰ ਵੇਖਿਆ ਹੈ, ਮੁਝ ਦਿਖਾਏ ਕਹਿ ਕਰੋ ਅਸ਼ੋਕਾ। ਮਾਰੇ ਮੈਨੂੰ ਵੀ ਦਿਖਾ ਦਿਓ, ਸ਼ੋਕ ਤੋਂ ਰਹਿਤ ਕਰ ਦਿਓ, ਦੁੱਖ ਤੋਂ ਰਹਿਤ ਕਰ ਦਿਓ ਮੇਰੇ ਪਾਤਸ਼ਾਹ। ਜੇ ਤੁਸੀਂ ਦਰਸ਼ਨ ਕੀਤੇ ਇੱਕ ਦੇ ਤੇ ਮੈਨੂੰ ਵੀ ਦਰਸ਼ਨ ਕਰਾ ਦਿਓ। ਚਰਨ ਸ਼ਰਨ ਚੱਲ ਕਰ ਆਬੇ ਆਵਾ। ਮੈਂ ਤੁਹਾਡੇ ਚਰਨਾਂ ਦੀ ਸ਼ਰਨ ਮਹਾਰਾਜ ਹੁਣ ਚੱਲ ਕੇ ਆਇਆ, ਇਸੇ ਲਈ ਆਇਆ ਮਹਾਰਾਜ ਕਿ ਇੱਕ ਦੇ ਦਰਸ਼ਨ ਕਰਨੇ ਹਨ। ਸੁਨ ਸ਼੍ਰੀ ਮੁਖ ਤੇ ਸ਼ਬਦੇ ਅਲਾਵਾ। ਸਾਲਸ ਰਾਏ ਦੀ ਇਹ ਬੇਨਤੀ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਤੋਂ
ਇਹ ਸ਼ਬਦ ਅਲਾਪ ਕੀਤਾ ਹੈ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਬਿਮਲ ਮਜਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ। ਪਾਤਸ਼ਾਹ ਕਹਿੰਦੇ ਸੁਣੋ ਸਾਰ ਸਰਾਈ ਜੀ। ਮੇਮਲ ਬਜ਼ਾਰ ਜਿਹੜਾ ਬਿਮਲ ਮਲ ਤੋਂ ਰਹਿ ਸਰੋਵਰ ਹੈ, ਸਰੋਵਰ ਵਿੱਚ ਤਲਾਬ ਵਿੱਚ ਨਿਰਮਲ ਜਲ ਹੈ ਉੱਥੇ, ਤੇ ਉੱਥੇ ਪਦਮਨ ਕਮਲ ਦਾ ਫੁੱਲ ਵੀ ਹੈ, ਨਾਲ ਉੱਥੇ ਜਾਵਲ ਜਾਲਾ ਵੀ ਹੈ। ਇੱਕ ਤਲਾਬ ਨਿਰਮਲ, ਜਲ ਵੀ ਸ਼ੁੱਧ, ਦੋ ਚੀਜ਼ਾਂ ਉੱਥੇ ਵਸਦੀਆਂ। ਕਮਲ ਦਾ ਫੁੱਲ ਵੀ ਉੱਥੇ ਹੀ ਹੈ ਤੇ ਜਾਲਾ ਵੀ ਉੱਥੇ ਹੀ ਹੈ। ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਤੇ ਉੱਥੇ ਪਦਮਨ ਕਮਲ ਦਾ ਫੁੱਲ ਵੀ ਹੈ, ਜਾਵਲ ਜਾਲਾ ਵੀ ਹੈ। ਤੇ ਉੱਥੇ ਹੁਣ ਦੇਖੋ ਕਮਲ ਦਾ ਫੁੱਲ ਉਸ ਜਲ ਵਿੱਚ ਰਹਿ ਕੇ, ਜਾਲੇ 'ਚ ਰਹਿ ਕੇ, ਜਾਲੇ ਨਾਲ ਜੁੜ ਕੇ ਜਾਲੇ ਦੀ ਸੰਗਤ ਨਹੀਂ ਕਰਦਾ, ਤੇ ਉੱਥੇ ਜਾਲਾ ਉਹ ਵੀ ਤਾਂ ਉੱਥੇ, ਡੱਡੂ ਵੀ ਉੱਥੇ ਹੀ ਹੈ। ਭਾਵ ਜਿਹੜਾ ਇਹ ਮਨਮੁਖ ਰੂਪੀ ਡੱਡੂ ਹੈ, ਇਹ ਮਨ ਹੀ ਡੱਡੂ ਬਣਿਆ ਹੋਇਆ ਹੈ, ਤੇ ਉੱਥੇ ਜਾਲਾ ਖਾਉਂਦਾ ਹੈ, ਕਮਲ ਦੀ ਸਾਲ ਨਹੀਂ ਪ੍ਰਾਪਤ ਕਰਦਾ। ਜਿਹੜੇ ਸਰੋਵਰ ਹੈ ਨਾ, ਸਰੋਵਰ ਕਿਹੜਾ ਹੈ? ਪਦਮਨ। ਇਹ ਸਾਧ ਸੰਗਤ ਰੂਪੀ ਸਰੋਵਰ ਹੈ ਖਾਲਸਾ ਜੀਓ। ਇਹ ਤਲਾਹ ਹੈ, ਸ਼ੁੱਧ ਹੈ। ਇੱਥੇ ਸੰਤ ਮਹਾਤਮਾ ਵਸਦੇ ਹਨ, ਤੇ ਇੱਥੇ ਖਾਲਸਾ ਜੀ ਚੋਰੀ ਕਰਨ ਵਾਲੇ, ਜਾਲੇ ਵਾਲੇ ਵੀ ਆ ਜਾਂਦੇ, ਡੱਡੂ ਵੀ ਆ ਜਾਂਦੇ ਹਨ। ਦੋਵੇਂ ਇੱਕ ਦੂਜੇ ਦਾ ਰਸ ਨਹੀਂ ਪ੍ਰਾਪਤ ਕਰ ਸਕਦੇ। ਸੰਤ ਮਹਾਤਮਾ ਉਹਨਾਂ ਚੋਰਾਂ ਤੋਂ ਨਿਰਲੇਪ ਰਹਿੰਦੇ ਹਨ, ਤੇ ਚੋਰ ਸੰਤਾਂ ਦੀ ਸੰਗਤ ਨਹੀਂ ਕਰ ਸਕਦੇ, ਤੇ ਦੋਵੇਂ ਸੰਗਤ ਨਹੀਂ ਕਰਦੇ। ਸੰਗ ਦੋਖ ਨਹੀਂ ਰੇ, ਤੇ ਇੱਕ ਦੂਜੇ ਨੂੰ ਦੁੱਖ ਨਹੀਂ ਲੱਗਦਾ। ਦਾਦਰ ਤੂੰ ਕਬੀ ਨਾ ਜਾਣਸ ਰੇ। ਐ ਦਾਦਰ, ਐ ਮਾਨਾ, ਤੂੰ ਕਦੀ ਨਹੀਂ ਜਾਣ ਸਕਦਾ। ਐ ਡੱਡੂ, ਤੂੰ ਕਦੀ ਨਹੀਂ ਜਾਣ ਸਕਦਾ। ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਭਖਸ ਤੂੰ ਖਾਉਂਦਾ ਹੈ, ਸਿਵਾਲ ਜਾਲਾ ਖਾਉਂਦਾ ਓਏ। ਐ ਡੱਡੂ, ਤੂੰ ਜਾਲਾ ਖਾਂਦਾ ਹੈ, ਰਹਿੰਦਾ ਜਲ ਵਿੱਚ ਹੈ, ਪਰ ਅੰਮ੍ਰਿਤ ਦੀ ਸਾਲ ਨਹੀਂ ਪ੍ਰਾਪਤ ਕਰਦਾ। ਐ ਮਨ ਡੱਡੂ, ਐ ਮਨਮੁਖ ਮਨ ਡੱਡੂ ਰਹਿੰਦਾ ਸੰਗਤ ਰੂਪੀ ਸਰੋਵਰ ਵਿੱਚ ਹੈ ਓਏ। ਇੱਥੇ ਗੁਰੂ ਪਾਤਸ਼ਾਹ ਦਾ ਜਿਹੜਾ ਗਿਆਨ ਹੈ, ਦਰਸ਼ਨ ਹੈ, ਇਹ ਕਮਲ ਫੁੱਲ ਹੈ ਖਾਲਸਾ ਜੀਓ। ਇੱਥੋਂ ਜਿਹੜੇ ਰਸ ਭੌਰੇ ਲੈਂਦੇ ਨਾ ਗੁਰੂ ਕੇ ਪਿਆਰੇ, ਤੁਸੀਂ ਭੌਰੇ ਹੋ ਸਾਰੇ ਆ ਕੇ, ਦੂਰੋਂ ਆ ਕੇ ਭੌਰੇ ਆਤਮ ਰਸ ਲੈ ਜਾਂਦੇ ਹੋ। ਪਰ ਜਿਹੜੇ ਡੱਡੂ ਰੂਪ ਅਸੀਂ ਬੈਠੇ ਆ ਇੱਥੇ ਖਾਲਸਾ ਜੀ, ਅਸੀਂ ਉੱਥੇ ਰਸ ਨਹੀਂ ਲੈਂਦੇ। ਜਿਹੜੇ ਮਨਮੁਖ ਬਿਰਤੀ ਵਾਲੇ, ਅਸੀਂ ਰਸ ਨਹੀਂ ਲੈ ਰਹੇ। ਭੌਰੇ ਦੂਰੋਂ ਆ ਕੇ ਆਤਮ ਰਸ ਪ੍ਰਾਪਤ ਕਰ ਲੈਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਨ ਕਰਦੇ ਹਨ, ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਚਾ ਗੁਨ ਰੇ। ਬਸ ਜਲ ਨਿਤ, ਰੋਜ਼ ਜਲ ਵਿੱਚ ਵਸਦੇ ਆ, ਤੇ ਉੱਥੇ ਨਾ ਵਸਤ ਅਲੀਅਲ। ਅਲੀਅਲ ਕਹਿੰਦੇ ਭੋਰਾ, ਭੋਰਾ ਨਹੀਂ ਰਹਿੰਦਾ ਉੱਥੇ। ਉਹ ਡੱਡੂ ਤੂੰ ਰਹਿੰਦਾ ਜਲ ਵਿੱਚ ਹੈ, ਨਾ ਵਸਤ ਅਲੀਅਲ। ਅਲੀਅਲ ਭੋਰਾ ਨਹੀਂ ਵਸਦਾ, ਉਹ ਤਾਂ ਦੂਰੋਂ ਆਉਂਦਾ ਹੈ। ਮੇਰ ਚਚਾ ਗੁਨ ਰੇ, ਮੇਰ ਚੋਟੀ ਸੁਮੇਰ ਤੋਂ, ਚਚਾ ਚੂਸਦਾ ਹੈ, ਰਸ ਚੂਸਦਾ ਹੈ ਕਮਲ ਦੇ ਫੁੱਲ ਦਾ। ਦੂਰੋਂ ਆਉਂਦਾ ਭੋਰਾ, ਰਸ ਚੂਸਦਾ ਚੂਸਦਾ, ਪ੍ਰਾਪਤ ਕਰਦਾ ਕਰਦਾ ਆਨੰਦ ਲਾਹਾ ਲੈ ਜਾਂਦਾ ਹੈ। ਤੇ ਡੱਡੂ ਨੇੜੇ ਰਹਿੰਦਾ ਕਮਲ ਦੇ ਫੁੱਲ ਦੇ, ਥੱਲੇ ਰਹਿੰਦਾ, ਉਹ ਜਾਲਾ ਹੀ ਖਾਈ ਜਾਂਦਾ ਹੈ। ਭੋਰਾ ਉਡਾਰੀ ਮਾਰ ਕੇ ਦੂਰੋਂ ਆਇਆ, ਬਾਹਰੋਂ ਆਇਆ,
ਕੁਛ ਰਸ ਲੈ ਗਿਆ। ਚੰਦ ਕੁਮਦਨੀ ਦੂਰੇ ਨਿਵਸਸ ਅਨਪਉ ਕਾਰਨ ਰੇ। ਉਹ ਚੰਦ ਕੁਮਦਨੀ ਚੰਦਰਮਾ ਨੂੰ ਵੇਖਦਾ ਹੈ, ਕੁਮਦਨੀ ਦਾ ਉਹ ਫੁੱਲ ਦੂਰੋਂ ਨਿਵਸਸ, ਦੂਰੋਂ ਨਿਵਦਾ ਹੈ, ਦੂਰੋਂ ਦਰਸ਼ਨ ਕਰਦਾ ਹੈ। ਕਿਤੇ ਲਈ? ਅਨਭਉ ਕਾਰਨ ਰੇ। ਅਨਭਉ ਇੱਕ ਦਿਲ ਦੀ ਖਿੱਚ ਹੈ, ਆਤਮ ਰਸ ਦੀ ਪ੍ਰਾਪਤੀ ਹੈ। ਭਾਵੇਂ ਉਹ ਫੁੱਲ ਹੈ ਖਾਲਸਾ ਜੀਓ, ਪਰ ਉਹ ਵੀ ਖਾਲਸਾ ਜੀ ਕੁਛ ਰਸ ਲੈਂਦਾ ਹੈ ਚੰਦਰਮਾ ਤੋਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ 24 ਅਵਤਾਰਾਂ ਵਿੱਚ ਇੱਕ ਅਵਤਾਰ ਲਿਖਿਆ, ਚੰਦ ਅਵਤਾਰ। ਉੱਥੇ ਪਾਤਸ਼ਾਹ ਜ਼ਿਕਰ ਕਰਦੇ ਗੁਰੂ ਕਲਗੀਧਰ ਪਿਤਾ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ। ਪਾਤਸ਼ਾਹ ਕਹਿੰਦੇ ਜਦੋਂ ਚੰਦ ਨਹੀਂ ਸੀ ਨਾ, ਕਿਸੇ ਵਨਸਪਤੀ 'ਚ ਰਸ ਨਹੀਂ ਪੈਦਾ ਹੁੰਦਾ ਸੀ, ਫੁੱਲਾਂ 'ਚ ਰਸ ਨਹੀਂ ਪੈਦਾ ਹੁੰਦਾ ਸੀ, ਅਨਾਜ 'ਚ ਰਸ ਨਹੀਂ, ਪਤੀ ਪਤਨੀ 'ਚ ਆਪਸੀ ਪ੍ਰੇਮ ਪਿਆਰ ਨਹੀਂ ਸੀ, ਐਵੇਂ ਖੁਸ਼ਕ ਸਾਰੇ। ਤੇ ਜਦੋਂ ਚੰਦਰਮਾ ਦੀ ਕਹਿ ਲੋ ਅਵਤਾਰਿਤ ਅਵਸਥਾ ਆਈ, ਉਹਦੀ ਜਿਹੜੀਆਂ ਕਹਿ ਲੋ ਰਿਸ਼ਮਾਂ ਨਾਲ ਸਾਰੇ 'ਚ ਰਸ ਪੈਦਾ ਹੋਣਾ ਸ਼ੁਰੂ ਹੋ ਗਿਆ। ਜਿਹੜਾ ਜਿਤਨੇ ਚਾਓ ਨਾਲ ਉਹਦਾ ਰਸ ਲੈਂਦਾ ਉਹਨੂੰ ਉਨਾ ਹੀ ਕਹਿ ਲੋ ਅਨਭਉ ਮਿਲਦਾ ਹੈ। ਉਹਦਾ ਮਨ ਖਿੜਦਾ ਹੈ, ਉਹਦੀ ਦਿਲੀ ਖਿੱਚ ਪੈਂਦੀ ਹੈ, ਉਹਨੂੰ ਆਨੰਦ ਆਉਂਦਾ ਹੈ। ਚੰਦ ਕੁਮਦਨੀ ਦੂਰੋਂ ਨਿਵਸਸ ਅਨਭਉ ਕਾਰਨ ਰੇ। ਉਹ ਦੂਰੋਂ ਹੀ ਦੇਖ ਕੇ ਨਿਭਦਾ ਹੈ, ਦਰਸ਼ਨ ਕਰਦਾ ਹੈ, ਖਿੜਦਾ ਹੈ। ਕਿਹਦੇ ਲਈ? ਉਹਦੀ ਅੰਦਰਲੀ ਅਵਸਥਾ ਹੈ, ਅਨਭਉ ਅਵਸਥਾ 'ਚ ਆ ਕੇ ਖਿੜਦਾ ਹੈ। ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤਰ ਰੇ। ਅੰਮ੍ਰਿਤ ਖੰਡ ਦੂਧ, ਦੁੱਧ ਵੀ ਸਭ ਕੁਝ ਹੈ। ਅੰਮ੍ਰਿਤ ਵਰਗਾ ਮਿੱਠਾ ਵੀ ਹੈ, ਖੰਡ ਵਰਗਾ ਮਿੱਠਾ, ਦੋਵੇਂ ਪਾਸਨ। ਪਰ ਐ ਡੱਡੂ ਤੂੰ ਬੜਾ ਸਿਆਣਾ ਬਣਿਆ ਹੋਇਆ ਓਏ। ਤੂੰ ਅਸਲ ਸਿਆਣਾ ਆਪਣੇ ਆਪ ਨੂੰ ਵਿਖਾਉਂਦਾ ਹੈ, ਪਰ ਬਣਨਾ ਕੀ ਹੈ? ਉਹ ਬਣ ਆਪਣਾ ਆਪ ਤੂੰ ਕਬੂ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ। ਉੱਥੇ ਜਿੱਥੇ ਗਾਂ ਮੱਝ ਦੇ ਥਣਾ ਵਿੱਚ ਦੁੱਧ ਹੈ, ਅੰਮ੍ਰਿਤ ਵਰਗਾ ਦੁੱਧ ਮਿਠਾਸ ਵਾਲਾ ਹੈ, ਤੇ ਆਪਣਾ ਆਪ ਤੂੰ ਕਬਹ ਨਾ ਛੋੜਸ। ਤੂੰ ਆਪਣਾ ਆਪ ਸਵਾਰਥ ਕਰੀ ਛੱਡਦਾ ਹੀ ਨਹੀਂ। ਕ੍ਰਿਸ਼ਨ ਪ੍ਰੀਤ ਜਿਉ ਰੇ, ਜਿਵੇਂ ਉਸ ਚਿੱਚੜ ਦੀ ਪ੍ਰੀਤ ਖੂਨ ਨਾਲ ਹੈ। ਦੁੱਧ ਨਹੀਂ ਪੀਂਦਾ ਉਹ, ਉੱਥੇ ਦੁੱਧ ਹੈ, ਗਾਂ ਦੇ ਥਣਾ ਵਿੱਚ ਹੀ ਦੁੱਧ ਹੈ, ਭਾਈ ਦੇ ਥਣਾ 'ਚ ਹੀ ਦੁੱਧ ਹੈ, ਪਰ ਉੱਥੇ ਉਹ ਚਿੱਚੜ ਕੁਛ ਨਹੀਂ ਲੈਂਦਾ, ਉਹ ਖੂਨ ਪੀਂਦਾ ਹੈ। ਇਹੀ ਸਾਡਾ ਹਾਲ ਹੈ। ਐ ਡੱਡੂ, ਉੱਥੇ ਕਮਲ ਦਾ ਫੁੱਲ ਵੀ ਹੈ, ਉੱਥੇ ਰਸ ਪ੍ਰਾਪਤ ਕਰ। ਸਰੋਵਰ ਹੈ, ਸਾਧ ਸੰਗਤ ਰੂਪੀ ਸਰੋਵਰ ਹੈ, ਤੇ ਇਸ ਸਰੋਵਰ ਵਿੱਚ ਆ ਕੇ ਆਤਮ ਰਸ ਪ੍ਰਾਪਤ ਕਰ। ਐ ਮਨਾ, ਚਿੱਚੜ ਵਾਂਗ ਖੂਨ ਨਾ ਪੀ, ਠੱਗੀਆਂ ਨਾ ਮਾਰ, ਖੋਰੀਆਂ ਨਾ ਕਰ। ਦੁਨੀਆ ਰੂਪੀ ਸਰੋਵਰ ਵੀ ਹੈ ਇੱਥੇ, ਦੁਨੀਆ 'ਚ ਰੱਬ ਵਸਦਾ ਹੈ, ਰੱਬ ਇੱਥੇ ਵਸਦਾ ਹੈ। ਇੱਥੇ ਆ ਕੇ ਮਨਾ ਭੈੜੇ ਕੰਮ ਨਾ ਕਰ। ਪੰਡਤ ਸੰਗ ਵਸੇ ਜਨ ਮੂਰਖ ਆਗਮ ਆਸ ਸੁਨੇ। ਪੰਡਤ ਸੰਗ, ਪੰਡਤਾਂ ਦੇ ਨਾਲ ਮੂਰਖ ਵੀ ਰਹਿੰਦੇ ਹਨ। ਉਹ ਆਗਮ ਵੇਦ ਆਦਿਕ ਸ਼ਾਸਤਰ ਆਦਿਕ ਸੁਣਦੇ ਹਨ। ਪੰਡਤਾਂ ਨਾਲ ਮੂਰਖ ਹੀ ਵਸਦੇ, ਤੇ ਉਹ ਪੰਡਤ ਨਾਲ ਜਿਹੜੇ ਰਹਿਣ ਵਾਲੇ ਖਾਲਸਾ 'ਚ ਪੰਡਤ ਤਾਂ ਸੁਣਦੇ ਹਨ, ਪਰ ਮੂਰਖ ਉਹਦਾ ਰਸ ਨਹੀਂ ਰਹਿ ਸਕਦੇ। ਆਪਣਾ ਆਪ ਤੂੰ ਕਬੋ ਨਾ ਛੋੜਸ ਸਵਾਨ ਪੂਛ ਜਿਉ ਰੇ। ਐ ਮੇਰੇ ਮਨਮੁਖ ਮਨਾ, ਐ ਡੱਡੂ ਮਨਾ, ਤੂੰ ਆਪਣਾ ਆਪ, ਆਪਣਾ ਹੰਕਾਰ ਕਦੀ ਨਹੀਂ ਛੋੜਦਾ, ਆਪਣਾ ਲੋਭ ਕਦੀ ਨਹੀਂ ਛੋੜਦਾ, ਆਪਣਾ ਸੁਭਾਅ ਕਦੀ ਨਹੀਂ ਛੱਡਦਾ। ਸਵਾਨ ਪੂਛ ਜਿਉ ਰੇ, ਜਿਵੇਂ ਸਵਾਨ ਕੁੱਤੇ ਦੀ ਪੂੰਛ ਹੈ, ਉਹਦਾ ਸੁਭਾਅ ਕੀ ਹੈ? ਟੇਢਾ ਹੀ ਰਹਿਣਾ,
ਕਿਸੇ ਬੰਦੇ ਨੇ ਪਰਖਣ ਲਈ ਕੁੱਤੇ ਦੇ ਪੂੰਛ ਨੂੰ ਨਲੀ ਚ ਪਾਤਾ, ਇੱਕ ਨਲੀ ਲੰਬੀ ਚ ਪਾਤਾ, ਦੇਖਾਂ 12 ਸਾਲ ਰੱਖਾਂ ਸਿੱਧੀ ਹੋ ਜਾਏਗੀ। 12 ਸਾਲ ਬਾਅਦ ਨਲੀ ਚੋਂ ਪੂੰਛ ਬਾਹਰ ਕੱਢੀ, ਟੇਢੀ ਟੇਢੀ ਰਹੀ। ਉਹ ਕਹਿਣ ਲਗਾ ਕੁੱਤੇ ਦੀ ਦੁਮ ਨਹੀਂ ਕਦੀ ਸਿੱਧੀ ਹੋਣੀ ਹੈ। ਤਾਂ ਇਹ ਮਨ ਜਿਹੜਾ ਕੁੱਤੇ ਦੀ ਦੁਮ ਵਾਂਗ ਖਾਲਸਾ ਟੇਢਾ ਹੈ ਨਾ, ਇਹਨੇ ਸਿੱਧਾ ਨਹੀਂ ਹੋਣਾ। ਪਰ ਗੁਰੂ ਘਰ ਚ ਬਖਸ਼ਿਸ਼ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਕਿੱਧਰ ਨਹੀਂ ਬਖਸ਼ਿਸ਼, ਰੱਬ ਦੇ ਦਰ ਦੀ ਮਿਹਰ ਹੈ। ਇੱਥੇ ਕੁੱਤੇ ਵਰਗਾ ਇਹ ਮਨ ਜਿਹੜਾ ਕੁੱਤੇ ਦੀ ਪੂੰਛ ਵਾਂਗ ਹਿਲਦਾ ਰਹਿੰਦਾ ਹੈ, ਟੇਢਾ ਹੀ ਰਹਿੰਦਾ ਹੈ, ਉਹ ਵੀ ਆ ਕੇ ਸਿੱਧਾ ਹੋ ਜਾਂਦਾ ਹੈ। ਖਾਲਸਾ ਜੀ ਮਿਸਾਲ ਦੇ ਰਹੇ ਹੋ, ਪਰ ਜੇ ਬਖਸ਼ਿਸ਼ ਹੋ ਜਾਵੇ ਤਾਂ ਵੱਡੀ ਕਲਾ ਹੈ। ਬਸ ਬਖਸ਼ਿਸ਼ ਉੱਤੇ ਕੁਛ ਨਹੀਂ ਚੱਲਦਾ, ਬਸ ਮਿਹਰ ਹੀ ਮਿਹਰ ਹੈ। ਉੱਥੇ ਕੋਈ ਖਾਲਸਾ ਸ਼ਬਦ ਨਹੀਂ ਹੁੰਦਾ। ਬਸ ਬਖਸ਼ਿਸ਼ ਕੀ ਹੈ? ਮਿਹਰ ਭਰੀ ਨਿਗਾਹ, ਉੱਥੇ ਬੋਲਿਆ ਜਾਂਦਾ ਹੀ ਨਹੀਂ। जिथे कृपा कटाक्ष अवलोकन कीनो दास का दुख पिधारियो, बस नेत्र ना ही कृपा होंदी ते बोलिया नहीं जाता। उसे मेहर दी खालसा च फजल दी नजर होंदी है। बस ऐ मेरे मना इस तरह गुरु दी बख्शिश प्राप्त कर, कुत्ते दी पूंछ वांग टेढ़ा ना बन, इधर उधर ना घूम, गुरु दर ते आ, इत्थे आके भौंक। हम कूकर तेरे दरबार, भौंके आगे बदन पसार, इत्थे आके भौंकीए साडी कदर पै जाएगी, सानू कुछ खास खाण नू मिल जाएगा, बख्शिश भरी निगाह हो जाएगी। एक पाखंडी नाम न राचे, एक हर हर चरणी रे। पाखंडी ਜਿਹਦੇ ਹਿਰਦੇ 'ਚ ਖੰਡ ਖੰਡ ਦੀ ਅਵਸਥਾ ਹੈ, ਟੁਕੜੇ ਦੀ ਅਵਸਥਾ ਹੈ, ਨਾਮ ਨਾ ਚੇਤਾ, ਨਾਮ ਜਪਦੇ ਹੀ ਨਹੀਂ। ਉਹ ਜਿੱਥੇ ਪਖੰਡ ਹੋਵੇ ਨਾ, ਉੱਥੇ ਨਾਮ ਰਸ ਨਹੀਂ ਆਉਂਦਾ, ਵਿਖਾਵਾ ਰਹਿੰਦਾ ਹੈ। ਇੱਕ ਹਰ ਹਰ, ਇੱਕ ਰੱਬ ਦੇ ਪਿਆਰੇ ਦਿਨ ਰਾਤ ਵਾਹਿਗੁਰੂ, ਉਹ ਦਿਨ ਰਾਤ ਜਪਦੇ ਹਨ। ਇੱਕ ਹਰ ਹਰ, ਉਹਨਾਂ ਦਾ ਮਨ ਰੱਬ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਡਿੰਬਨ ਮੈਂ ਪਰਮੇਸ਼ਰ ਨਾਹੀ, ਕਲਗੀਧਰ ਪਿਤਾ ਪਾਤਸ਼ਾਹ ਕਹਿੰਦੇ ਸ੍ਰੀ ਬਚਿੱਤਰ ਨਾਟਕ ਵਿੱਚ ਕਿ ਮਨਾ ਪਖੰਡ ਵਿੱਚ ਰੱਬ ਨਹੀਂ ਹੁੰਦਾ। ਐਵੇਂ ਅੱਖਾਂ ਮੀਚ ਕੇ ਬਹਿ ਜਾ, ਪਰ ਅੰਦਰ ਤੇਰੀ ਬਿਰਤੀ ਨਹੀਂ ਜੁੜੀ, ਲੋਕਾਂ ਨੂੰ ਵਿਖਾਵਾ ਹੈ ਕਿ ਲੋਕੀ ਵੇਖਤਾ ਨਹੀਂ ਰਹੇ, ਉਹ ਪਖੰਡ ਹੈ। ਬਸ ਅੱਖਾਂ ਮੀਚਣੀਆਂ ਬੁਰਾ ਨਹੀਂ, ਧਿਆਨ ਰੱਖਣਾ। ਅੱਖਾਂ ਬੰਦ ਕਰਕੇ ਬਹਿਣਾ ਸਾਧਨਾ ਪੱਖ ਹੈ, ਭਗਤੀ ਹੈ। ਜੇ ਅੱਖਾਂ ਬੰਦ ਕਰੋਗੇ ਤਾਂ ਹੀ ਅੰਦਰ ਜਾਓਗੇ। ਇੱਕ ਵਾਰੀ ਅੰਦਰ ਚਲੇ ਗਏ ਫਿਰ ਅੱਖਾਂ ਬੰਦ ਖੁੱਲੀ ਰਹਿਣ, ਫਿਰ ਪਰਵਾਹ ਨਹੀਂ। ਬਸ ਪਹਿਲਾਂ ਇਹਨੂੰ ਅੰਦਰ ਜਾਣ ਲਈ ਜੋੜਨਾ ਪੈਂਦਾ ਹੈ। ਪਰ ਜਿਹੜੇ ਅੱਖਾਂ ਬੰਦ ਕਰਕੇ ਕਹਾ ਭਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, नाथ फिरियो लिए सात समुद्रन, लोग गयो पर लोग गवायो, बास कियो बिख्यान सो बैठ के, ऐसे ही ऐसे सो बैस बितायो। उम्र लंघाती इस तरह लोक भी चला गया पखंड करके, ते परलोक भी गवाता। एक पाखंडी पखंड बिरती वाले, छल बिरती वाले, लोपी बिरती वाले नाम नहीं जपते, ਤੇ ਇੱਕ ਰੱਬ ਦੇ ਪਿਆਰੇ ਦਿਨ ਰਾਤ ਸਿਮਰਨ ਵਿੱਚ ਲੱਗੇ ਰਹਿੰਦੇ ਹਨ। ਪੂਰਬ ਲਿਖਿਆ ਪਾਵਸ ਨਾਨਕ, ਰਸਨਾ ਨਾਮ ਜਪ ਰੇ। ਜਪ ਮਨਾ ਜਪ ਵਾਹਿਗੁਰੂ, ਰਸਨਾ ਦੁਆਰਾ ਜਪ, ਰਸਨਾ ਨਾਮ ਜਪ ਰੇ। ਜੇ ਜਪੇਗਾ ਨਾ, ਪੂਰਬ ਲਿਖਿਆ ਪਾਵਸ ਨਾਨਕ, ਪਹਿਲਾਂ ਲਿਖਿਆ ਹੋਇਆ, ਧੁਰ ਤੋਂ ਲਿਖਿਆ ਹੋਇਆ ਉਹ ਕਰਮ ਤੈਨੂੰ ਪ੍ਰਫੁੱਲਿਤ ਹੋ ਜਾਏਗਾ, ਅੰਕੁਰ ਹੋ ਜਾਏਗਾ, ਪਾ ਲਵੇਂਗਾ ਮਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਮੱਥੇ ਦਾ ਲਿਖਿਆ ਵੀ ਮਿਟ ਜਾਂਦਾ ਖਾਲਸਾ ਜੀਓ। ਭੈੜੇ ਕੰਮ ਕਰੋ ਨਾ, ਜਿੱਥੇ ਮਿਲਣਾ ਹੋਵੇ ਖਾਲ ਸੋਨੇ ਦਾ ਭਰਿਆ ਹੋਇਆ ਘੜਾ, ਉੱਥੇ ਸਾਰੇ ਕੋਲੇ ਹੀ ਬਣ ਜਾਂਦੇ ਨੇ। ਜੇ ਉਹ ਬਖਸ਼ਿਸ਼ ਗੁਰੂ ਚਰਨਾਂ ਵਿੱਚ ਆ ਜਾਵੇ, ਜਿੱਥੇ ਸੂਲੀ ਹੋਵੇ ਉੱਥੇ ਸੂਲ ਬਣ ਜਾਂਦਾ ਉਹਦਾ ਖਾਲਸਾ ਜੀ। ਉਹੀ ਮੱਥਾ ਝੁਕਦਾ ਹੋਵੇ ਗੁਰੂ ਚਰਨਾਂ 'ਚ, ਇੱਥੇ ਆ ਕੇ ਬਖਸ਼ਾਂ ਮਿਲਦੀਆਂ,
ਪੂਰਬ ਲਿਖਿਆ ਪਾਵਸ ਨਾਨਕ ਉਹਨੂੰ ਮਿਲ ਜਾਂਦਾ ਹੈ ਕੁਛ। ਜਦੋਂ ਮੱਥਾ ਝੁਕਦਾ ਹੈ ਗੁਰੂ ਚਰਨਾਂ ਚ ਆ ਕੇ ਮੱਥਾ ਰਗੜਦੇ ਆ ਨਾ, ਉਹ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਬਹੁਤ ਬਖਸ਼ਾ ਹਨ ਗੁਰੂ ਦਰ ਦੀਆਂ ਖਾਲਸਾ ਜੀਓ। ਜਿਨ੍ਹਾਂ ਨੇ ਬਖਸ਼ਾ ਪ੍ਰਾਪਤ ਕੀਤੇ ਪਤਾ ਹੈ ਉਹਨਾਂ ਨੂੰ ਕੈਸੀ ਅਵਸਥਾ ਮਿਲਦੀ ਹੈ ਉਹਨਾਂ ਦੀ। ਪੂਰਬ ਲਿਖਿਆ ਪਾਵਸ ਨਾਨਕ, ਗੁਰੂ ਨਾਨਕ ਪਾਤਸ਼ਾਹ ਜੀ ਫਰਮਾਨ ਕਰਦੇ, ਉਹ ਰੱਬ ਦੇ ਪਿਆਰੇ ਜਿਨ੍ਹਾਂ ਦੇ ਪੂਰਬਲੇ ਕਰਮ ਪਾਤਸ਼ਾਹ ਨੇ ਆਪ ਅੰਕੁਰ ਕਰਨੇ ਹਨ, ਲਿਖਿਆ ਕਰਮਾਂ 'ਚ, ਤੇ ਉਹ ਅੰਕੁਰ ਪ੍ਰਗਟ ਕਰਕੇ ਰਸਨਾਦਾਰਾ ਨਾਮ ਜਪਦੇ ਹਨ। ਵਾਹਿਗੁਰੂ ਵਾਹਿਗੁਰੂ ਜਪਦੇ, ਜਾਂ ਵਾਹਿਗੁਰੂ ਜਪ ਜਪ ਕੇ ਉਹਨਾਂ ਦੇ ਕਰਮ ਫਿਰ ਹੋਰ ਪ੍ਰਫੁੱਲਿਤ ਹੋ ਜਾਂਦੇ ਹਨ ਖਾਲਸਾ ਜੀਓ। ਉਹ ਹੋਰ ਨਾਮ ਰਸ ਵਿੱਚ ਖੁੱਭ ਜਾਂਦੇ ਹਨ। ਦੋਹਰਾ ਅਰਥ ਸਹਿਤ ਸੁਨ ਸ਼ਬਦ ਕੋ ਭਇਓ ਦੀਨ ਮਨ ਸੋਏ। ਸਾਲਸ ਰਾਜ ਨੇ ਇਹ ਸ਼ਬਦ ਸੁਣਿਆ ਅਰਥਾਂ ਸਹਿਤ, ਪਾਤਸ਼ਾਹ ਨੇ ਖੋਲ ਕੇ ਦੱਸਿਆ। ਸਾਲਸ ਰਾਜ ਇਹਦਾ ਭਾਵ ਇਹ ਹੈ, ਇਹਦਾ ਭਾਵ ਇਹ ਹੈ, ਜਦੋਂ ਖੋਲ ਕੇ ਦੱਸਿਆ ਇਹਦਾ ਮਨ ਨੀਵਾ ਹੋ ਗਿਆ। ਨਿਜ ਕੀ ਜੇ ਉਪਦੇਸ਼ ਮੁਝ ਜੈ ਤੇ ਸ਼ੁਭ ਗਾਤੇ ਹੋਏ। ਕਹਿਣ ਲੱਗਾ ਮਹਾਰਾਜ ਮੈਨੂੰ ਆਪਣਾ ਉਪਦੇਸ਼ ਦਵੋ ਮਹਾਰਾਜ, ਜਿਸ ਉਪਦੇਸ਼ ਨੂੰ ਸੁਣ ਕੇ ਮੇਰੀ ਸ਼ੁਭ ਗਤੀ ਹੋਵੇ, ਮੇਰਾ ਭਲਾ ਹੋਵੇ। ਜੋ ਪਈ ਲਿਓ ਰਜਤ ਪਨ ਕਰੋ ਨਿਹਾਲਾ। ਤੇ ਪਾਤਸ਼ਾਹ ਜੀ ਇਹ ਭੇਟਾ ਲੈ ਲਓ ਮਹਾਰਾਜ, ਮੈਨੂੰ ਨਿਹਾਲ ਕਰ ਦੋ। ਤੁਮ ਹੋ ਪੂਰਨ ਸੰਤ ਕਿਰਪਾਲਾ। ਪੂਰਨ ਸੰਤ ਹੋ, ਕਿਰਪਾਲੂ ਸਾਧੂ ਹੋ। ਸ਼੍ਰੀ ਗੁਰ ਕਹੇ ਨਾ ਹਮਰੇ ਕਾਮਾ। ਪਾਤਸ਼ਾਹ ਕਹਿੰਦੇ ਸਾਲਸ ਰਾਏ ਸਾਡੇ ਕੀ ਕੰਮ ਆਣੇ ਪੈਸੇ, ਲੈ ਜਾ ਨਾਲ, ਲੈ ਜਾ ਇਹਨੂੰ, ਇਹ ਦਮੜਾ ਆਪਣੇ ਨਾਲ ਲੈ ਜਾ, ਸਾਡੇ ਕੋਈ ਕੰਮ ਨਹੀਂ ਆਉਣੇ। ਇਹ ਧਨ ਸੋਹਤ ਤੁਮਰੇ ਤਾਮਾ। ਇਹ ਜਿਹੜਾ ਧਨ ਹੈ ਤੁਹਾਡੇ ਘਰ ਸ਼ੋਭਦਾ ਹੈ, ਸਾਡੇ ਘਰ ਨਹੀਂ ਸ਼ੋਭਦਾ। ਅਸੀਂ ਤਾਂ ਚਲਦੇ ਫਿਰਦੇ ਫਕੀਰ ਹਾਂ, ਅੱਜ ਇੱਥੇ ਕੱਲ ਕਿੱਥੇ। ਜੇ ਮਾਇਆ ਨਾਲ ਹੋਵੇਗੀ 100 ਡਾਕੂ ਚੋਰ ਆਣਗੇ ਸਾਡੇ ਮਾਰਨ ਵਾਸਤੇ, ਤੇ ਪੱਲੇ ਕੁਝ ਹੈ ਨਹੀਂ, ਆਨੰਦ 'ਚ ਬੈਠੇ ਆ, ਕੋਈ ਆਵੇ ਕੋਈ ਜਾਵੇ ਕੋਈ ਫਿਕਰ ਨਹੀਂ। ਤੇ ਇਹ ਮਾਇਆ ਤੁਹਾਡੇ ਘਰ ਸ਼ੋਭਦੀ ਹੈ। ਜੇ ਤੁਮ ਦਰਬ ਲੇਤੇ ਅਬ ਨਾਈ। ਤੇ ਕਹਿਣ ਲੱਗਾ ਪਾਸ਼ਾ ਜੇ ਤੁਸੀਂ ਮੇਰੀ ਮਾਇਆ ਨਹੀਂ ਲੈਂਦੇ, ਇਹ ਭੋਜਨ ਪਾਓ ਮੁਖ ਮਾਈ। ਤੇ ਇਹ ਲੰਗਰ ਛਕ ਲੋ ਪਾਤਸ਼ਾਹ, ਆਪਣੇ ਮੁਖ ਵਿੱਚ ਇਹ ਭੋਜਨ ਛਕ ਲੋ, ਪਾ ਲੋ। ਤੂਸ਼ਨ ਪਇਓ ਸੁਨੇ ਮਰਦਾਨਾ। ਮਰਦਾਨੇ ਨੇ ਸੁਣਿਆ, ਮਰਦਾਨਾ ਮੜਾ ਚੁੱਪ ਜਾ ਰਿਹਾ ਵੀ ਕੱਲ ਬਣ ਗਈ ਆਪਣੀ, ਅੱਜ ਹੁਣ ਗੱਲ ਬਣ ਗਈ, ਲੰਗਰ ਬਾਣੀ ਗੱਲ ਆ ਗਈ ਨਾ। ਫਿਰ ਤਾਨਾ ਸੋਚ ਅੰਦਰ ਚੁੱਪ ਬੈਠਾ, ਪਰ ਅੰਦਰ ਵਿਚਾਰਾ ਕਰਦਾ ਵੀ ਹੁਣ ਗੱਲ ਬਣ ਗਈ ਲੰਗਰ ਦੀ। ਗਟੀ ਆਹਾਰ ਵਿਚਾਰੇ ਨਾਨਾ। ਖਾਲਸਾ ਜੀ ਅਨੇਕ ਤਰ੍ਹਾਂ ਦੀ ਗਟੀਆਂ ਗਿਣਤੀਆਂ ਵਿਚਾਰ ਰਿਹਾ, ਸੋਚ ਰਿਹਾ ਹੈ ਕਿ ਲੰਗਰ ਕਦੋਂ ਮਿਲੇਗਾ, ਹੁਣ ਮਿਲੇਗਾ, ਕਦੋਂ ਮਿਲੇਗਾ। ਦੋਹਰਾ ਸ਼੍ਰੀ ਨਾਨਕ ਲੇਵੇਂ ਅਸਨ ਦੇਹ ਮੁਝੇ ਤਬ ਖਾਓ। ਮਰਦਾਨਾ ਜੀ ਸੋਚਦੇ ਹਨ ਵੀ ਗੁਰੂ ਨਾਨਕ ਪਾਤਸ਼ਾਹ ਲੰਗਰ ਲੈਣਗੇ, ਮੈਨੂੰ ਦੇਣਗੇ ਤਾਂ ਮੈਂ ਖਾਵਾਂਗਾ। ਬਿਨਾ ਆਪ ਕਹਿ ਲੋ ਮੰਗ ਕੇ ਨਹੀਂ ਖਾ ਸਕਦਾ ਪਾਤਸ਼ਾਹ ਤੋਂ ਬਿਨਾ। ਜੇ ਕਹਵਾ ਜੀ ਮੈਨੂੰ ਭੁੱਖ ਲੱਗੀ ਤਾਂ ਵੀ ਨਹੀਂ ਮੰਗ ਸਕਦਾ। ਜੇ ਮਹਾਰਾਜ ਪਹਿਲਾਂ ਮਹਾਰਾਜ ਲੈਣਗੇ ਤਾਂ ਮੈਨੂੰ ਦੇਣਗੇ ਤਾਂ ਛਕਾਂਗਾ। ਭਇਓ ਚੋਦਾ ਤੁਰ ਸ਼ਰਮਤ ਮੈਂ ਭੋਜਨ ਤੇ ਤ੍ਰਿਪਤਾਓ। ਮੈਂ ਤਾਂ 7 ਗੇੜੇ ਮਾਰਦੇ ਇੱਧਰ ਉੱਧਰ ਜਾਂਦੇ ਆ, ਤੇ ਮੈਂ ਤਾਂ ਇਤਨਾ ਕਹਿ ਲੋ ਸ਼ਰਮਿਤ ਥਕਾਵਟ ਵਿੱਚ ਆ ਗਿਆ, ਭੁੱਖਾ ਵਾ, ਇੰਨੀ ਭੁੱਖ ਪਿਆਸ ਲੱਗੀ ਹੈ। ਜੇ ਲੰਗਰ ਦੇਣਗੇ ਮਹਾਰਾਜ ਤਾਂ ਮੇਰੀ ਭੁੱਖ ਉਤਰੇਗੀ। ਤੇ ਹੁਣ ਪਾਤਸ਼ਾਹ ਖਾਲਸਾ ਜੀ ਪਹਿਲਾਂ ਉਪਦੇਸ਼ ਦੇਣਗੇ ਜੋਹਰੀ ਨੂੰ, ਫਿਰ ਲੰਗਰ ਵਿੱਚ ਕਹਾਂਗੇ ਨਾਨਿਆ ਹੁਣ ਲੰਗਰ ਛਕ, ਹੁਣ ਗੱਲ ਬਣੀ ਹੈ। ਉਹ ਬਹਾਨਾ ਤੇ ਖਾਲਸਾ ਜੀ ਕਿਸੇ ਨੂੰ ਸਿੱਖਿਆ ਦੇਣ ਦਾ ਸੀ। ਮਰਦਾਨੇ ਦੀ ਭੁੱਖ ਨਹੀਂ ਸੀ ਖਾਲਸਾ ਜੀ, ਉਹ ਤਾਂ ਭੁੱਖ ਪਾਤਸ਼ਾਹ ਨੇ ਆਪ ਲਗਾਈ ਸਾਨੂੰ ਸਮਝਾਉਣ ਲਈ ਕਿ ਕਿਵੇਂ ਕਿਸੇ ਦਾ ਬੇੜਾ ਪਾਰ ਕਰਨਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਾਰੀ ਦੁਨੀਆ ਦਾ ਬੇੜਾ ਪਾਰ ਕਰਦੇ। ਹੁਣ ਸਾਲਸ ਰਾਏ ਜੋਹਰੀ ਨੂੰ ਪਾਤਸ਼ਾਹ ਆਤਮ ਰਸ ਦਾ ਭੋਜਨ ਛਕਾਣਗੇ, ਉਹ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਛਕਣਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ